ਮੇਲ ਲਹੋ ਦਇਆਲ, ਤਹਿ ਪਏ ਦੁਆਰਿਆ। ਰਖ ਲੇਵਹੁ ਦੀਨ ਦਇਆਲ, ਭਰਮਤ ਬਹੁ ਹਾਰਿਆ। ਭਗਤ ਵਛਲ ਤੇਰਾ ਬਿਰਦ, ਹਰ ਪਤਤ ਉਧਾਰਿਆ। ਤੁਝ ਬਿਨ ਨਾਹੀ ਕੋਇ, ਬਿਨੋ ਮੋਹਿ ਸਾਰਿਆ। ਕਰ ਗਹਿ ਲਿਹੋ ਦਇਆਲ, ਸਾਗਰ ਸੰਸਾਰਿਆ। ਹਮ ਮੈਲੇ ਤੁਮ ਊਜਲ ਕਰਤੇ, ਹਮ ਨਿਰਗੁਣ ਤੂੰ ਦਾਤਾ। ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ। ਨੀਕੋ ਠਾਕੁਰ ਦੇਸਾ, ਤੁਮ ਸਭ ਸਾਜੇ ਸਾਜ ਨਿਵਾਜੇ। ਜਿਉ ਪਿੰਡ ਦੇ ਪ੍ਰਾਨਾ, ਨਿਰਗੁਣਿਆਰੇ ਗੁਣ ਨਹੀਂ ਕੋਈ। ਤੁਮ ਦਾਨ ਦੇਹੋ ਮਿਹਰਬਾਨਾ, ਨਿਰਗੁਣਿਆਰੇ ਗੁਣ ਨਹੀਂ ਕੋਈ। ਤੁਮ ਦਾਨ ਦੇਹੋ ਮਿਹਰਬਾਨਾ, ਤੁਮ ਨਿਧਾਨ ਟਲ ਸੁਲਤਾਨ। ਜੀ ਜੰਤ ਸਭ ਜਾਚੈ, ਕਹੋ ਨਾਨਕ ਹਮ ਇਹ ਹਵਾਲਾ। ਰਾਖ ਸੰਤਨ ਕੈ ਪਾਛੈ, ਹੋ ਅਪਰਾਧੀ ਗੁਨਹਗਾਰ। ਹੋ ਬੇਮੁਖ ਮੰਦਾ, ਚੋਰ ਜਿਆਰ ਜੁਆਰ ਹੋ। ਪਰ ਘਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ। ਠਗ ਦੇਸ ਠਗੰਦਾ, ਕਾਮ ਕ੍ਰੋਧ ਮਦ ਲੋਭ ਮੋਹ। ਅਹੰਕਾਰ ਕਰੰਦਾ, ਵਿਸਾਸ ਘਾਤੀ ਅਕਿਰਤ ਘਣ। ਮੈਂ ਕੋ ਨ ਰਖੰਦਾ, ਸਿਮਰ ਮੁਰੀਦਾ ਢਾਡੀਆਂ। ਸਤਿਗੁਰ ਬਖਸ਼ੰਦਾ, ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ। ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਥਾ ਸੁਧਾਰੀ। ਮੂਕ ਉਚ ਰਹਿ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਆਂਦ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਜਾ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਜਾ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਨਮੋ ਨਿਰਤ ਨਿਰਤੇ, ਨਮੋ ਨਾਦ ਨਾਦੇ। ਨਮੋ ਪਾਨ ਪਾਨੇ, ਨਮੋ ਬਾਦ ਬਾਦੇ। ਨਮੋ ਨਿਰਤ ਨਿਰਤੇ, ਨਮੋ ਨਾਦ ਨਾਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਔਰ ਨਿਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਖਾਲਸਾ ਸਾਧ ਸੰਗਤ ਜੀ। ਆਪ ਜੀ ਅੰਮ੍ਰਿਤ ਵੇਲੇ ਤੋਂ ਆਨੰਦਮਈ ਰਸਮਈ ਬਾਣੀ ਦਾ ਆਨੰਦ ਮਾਣ ਰਹੇ ਹੋ। ਆਸਾ ਦੀ ਵਾਰ ਦੇ ਕੀਰਤਨ ਸਰਵਣ ਕਰਨਾ ਕੀਤੇ ਨੇ। ਸੋ ਆਓ ਹੁਣ ਜੋ ਜਾਪ ਸਾਹਿਬ ਦੀ ਲੜੀਵਾਰ ਕਥਾ ਚੱਲ ਰਹੀ ਹੈ, ਸਤਿਗੁਰਾਂ ਦੀ ਕਿਰਪਾ ਸਦਕਾ ਸਰਵਣ ਕਰਨਾ ਕਰੀਏ। ਵਾਹਿਗੁਰੂ ਸਾਹਿਬ ਜੀਓ।
ਨਮੋ ਨਿਰਤ ਨਿਰਤੇ। ਜਿਹੜਾ ਨਿਰਤਕਾਰੀਆਂ ਨੂੰ ਵੀ ਨਿਰਤਕਾਰੀਆਂ ਵਿੱਚ ਵੀ ਨਿਰਤਕਾਰੀ ਰੂਪ ਹੈ, ਜੋ ਨਿਰਣਿਆ ਕਰਨ ਵਾਲਿਆਂ ਵਿੱਚ ਵੀ ਨਿਰਣਾ ਰੂਪ ਹੈ, ਉਸ ਪਰਮਾਤਮਾ ਨੂੰ ਮੇਰੀ ਨਮਸਕਾਰ ਹੈ। ਜੋ ਇੰਦਰੀਆਂ ਤੇ ਅੰਤਸ਼ਕਰਨ ਦੀ ਚੇਸ਼ਟਾ ਕਰਾਉਣ ਵਾਲਾ ਹੈ, ਜੋ ਨਿਯੰਤਾ ਰੂਪ ਹੈ, ਉਸ ਪਰਮਾਤਮਾ ਨੂੰ ਨਮਸਕਾਰ ਹੈ। ਜਿਹੜੇ ਨਿਰਣੇ ਕਰਦੇ ਨੇ, ਬੁੱਧੀ ਨਿਰਣਾ ਕਰਦੀ ਹੈ, ਇਸ ਬੁੱਧੀ ਦਾ ਵੀ ਪਰਮਾਤਮਾ ਪ੍ਰਕਾਸ਼ਕ ਹੈ। ਬੁੱਧੀ ਨੂੰ ਵੀ ਨਿਰਣਾ ਦੇਣ ਵਾਲਾ ਉਹ ਪਰਮਾਤਮਾ ਹੈ, ਉਸ ਨੂੰ ਨਮਸਕਾਰ ਹੈ। ਨਮੋ ਨਾਦ ਨਾਦੇ। ਨਾਦ ਕਹਿੰਦੇ ਨੇ ਸ਼ਬਦ ਨੂੰ। ਪਰਮਾਤਮਾ ਸ਼ਬਦ ਦਾ ਸ਼ਬਦ ਰੂਪ ਹੈ। ਆਦਿ, ਅਨ ਆਦਿ। ਪਰਮਾਤਮਾ ਦਾ ਕੋਈ ਆਦ ਨਹੀਂ ਹੈ, ਉਹ ਅਨਾਦਿ ਸਰੂਪ ਹੈ, ਬ੍ਰਹਮ ਅਨਾਦਿ ਸਰੂਪ ਹੈ। ਤਿਸ ਤਾਈਂ ਮੇਰੀ ਨਮਸਕਾਰ ਹੈ। ਨਮੋ ਨਾਦ ਨਾਦੇ। ਜਿਹਨੇ ਇੱਕ ਨਾਦ ਤੋਂ, ਇੱਕ ਸ਼ਬਦ ਤੋਂ ਸਾਰੀ ਸ੍ਰਿਸ਼ਟੀ ਦੀ ਰਚਨਾ ਕਰ ਦਿੱਤੀ। ਕੀਤਾ ਪਸਾਓ ਏਕੋ ਕਵਾਓ। ਇੱਕ ਬਚਨ ਨਾਲ ਹੀ ਸਾਰੀ ਸ੍ਰਿਸ਼ਟੀ ਦੀ ਰਚਨਾ ਕਰ ਦਿੱਤੀ। ਉਹ ਕਿਹੜੇ ਬਚਨ ਸਨ? ਏਕੋ ਹੰ ਸਿਆਮਾ ਬਹੁ ਪਰਜਾ ਜਾਇਤੇ। ਇਸ ਸ਼ਬਦ ਨਾਲ ਹੀ ਸਾਰੀ ਸ੍ਰਿਸ਼ਟੀ ਦੀ ਰਚਨਾ ਕਰ ਦਿੱਤੀ ਪਰਮਾਤਮਾ ਨੇ। ਐਸੇ ਪਰਮਾਤਮਾ ਨੂੰ ਮੇਰੀ ਨਮਸਕਾਰ ਹੈ। ਨਮੋ ਨਾਦ ਨਾਦੇ। ਜਿਹੜਾ ਉਪਦੇਸ਼ ਦੇਣ ਵਿੱਚ ਵੀ ਉਪਦੇਸ਼ ਰੂਪ ਹੈ, ਐਸੇ ਪਰਮਾਤਮਾ ਨੂੰ ਮੇਰੀ ਨਮਸਕਾਰ ਹੈ। ਨਮੋ ਪਾਨ ਪਾਨੇ। ਜਿਹੜਾ ਪਾਣੀ ਵਿੱਚ ਪਾਣੀ ਰੂਪ ਹੈ, ਹੱਥ ਦੀ ਕਿਰਿਆ ਕਰਾਉਣ ਵਿੱਚ ਹੱਥ ਰੂਪ ਹੈ, ਪਾਨ ਅੰਮ੍ਰਿਤ ਵਿੱਚ ਅੰਮ੍ਰਿਤ ਰੂਪ ਹੈ, ਉਸ ਨੂੰ ਨਮਸਕਾਰ ਹੈ। ਨਮੋ ਬਾਦ ਬਾਦੇ। ਜਿਹੜਾ ਪੌਣ ਵਿੱਚ ਪੌਣ ਰੂਪ ਹੈ, ਹਵਾ ਵਿੱਚ ਹਵਾ ਰੂਪ ਹੈ। ਬਾਦ ਕਹਿੰਦੇ ਨੇ ਕਥਨ ਕਰਨ ਵਿੱਚ ਜਿਹੜਾ ਕਥਨ ਰੂਪ ਹੈ। ਬਾਦ ਝਗੜੇ ਨੂੰ ਕਹਿੰਦੇ ਨੇ, ਜਿਹੜਾ ਝਗੜਿਆਂ ਵਿੱਚ ਝਗੜਾ ਰੂਪ ਹੈ। ਐਸੇ ਪਰਮਾਤਮਾ ਨੂੰ ਨਮਸਕਾਰ ਹੈ। ਅਨੰਗੀ ਅਨਾਮੇ। ਅਨੰਗੀ ਬੜਾ ਸੁੰਦਰ ਸਰੂਪ ਹੈ। ਅਨੰਗੀ ਅੰਗਾਂ ਤੋਂ ਰਹਿਤ ਹੈ। ਅਨਾਮੇ ਨਾਮ ਰੂਪੀ ਪ੍ਰਪੰਚ ਤੋਂ ਰਹਿਤ ਹੈ। ਕਿਰਿਆ ਵਿਅਕਤੀ ਕਰਕੇ ਜਾਂ ਜਾਤੀ ਕਰਕੇ, ਸੁਜਾਤੀ ਕਰਕੇ ਉਸ ਦਾ ਨਾਮ ਨਹੀਂ ਰੱਖਿਆ ਜਾਂਦਾ। ਸਮਾਸਤੀ ਸਰੂਪੇ। ਸਮਾਸਤੀ ਕਹਿੰਦੇ ਨੇ ਸਰਬ ਨੂੰ, ਸਾਰਿਆਂ ਨੂੰ, ਸਾਰੇ ਸਰੂਪਾਂ ਵਿੱਚ, ਸਾਰੇ ਰੂਪਾਂ ਵਿੱਚ ਵਿਆਪਕ ਹੈ। ਪਰਭੰਗੀ ਪਰਮਾਥੇ। ਪਰਭੰਗੀ ਪਰ ਵਿਸ਼ੇਸ਼ ਕਰਕੇ ਭੰਗੀ ਭੰਨਣ ਵਾਲਾ ਹੈ। ਪਰਭੰਗੀ ਕੱਟਣ ਤੋਂ ਰਹਿਤ ਹੈ, ਭੰਨਣ ਤੋਂ ਰਹਿਤ ਹੈ। ਪਰਮਾਥੇ ਪਰ ਵਿਸ਼ੇਸ਼ ਕਰਕੇ ਮਾਥੇ ਵੈਰੀਆਂ ਨੂੰ ਮਲਣ ਵਾਲਾ ਹੈ। ਪਰ ਪਰੇ ਹੈ ਮਾਇਆ ਤੋਂ, ਥੇ ਤੋਂ, ਭਾਵ ਕਿ ਪਰਮਾਤਮਾ ਮਾਇਆ ਤੋਂ ਪਰੇ ਹੈ। ਪਰਮਾਥੇ ਜੋ ਕੱਟਣ ਵਾਲਾ ਹੈ, ਭੰਨਣ ਵਾਲਾ ਹੈ, ਜੋ ਮਾਇਆ, ਜੋ ਵੈਰੀਆਂ ਨੂੰ ਮਲਣ ਵਾਲਾ ਹੈ, ਜੋ ਮਾਇਆ ਤੋਂ ਪਰੇ ਹੈ। ਸਮਸਤੀ ਵਿਭੂਤੇ। ਸਮਸਤੀ ਸਾਰੀ ਵਿਭੂਤੀ ਵਿੱਚ ਉਹ ਪਰਮਾਤਮਾ ਹੈ। ਜਿੰਨੀ ਵੀ ਸਾਰੀ ਵਿਭੂ ਖਜ਼ਾਨਾ ਜੋ ਵੀ ਦਿਸਦਾ ਹੈ, ਸਭ ਵਿੱਚ ਆਪ ਹੈ। ਸਾਰੀ ਸੰਪਦਾ ਰੂਪ ਆਪ ਤਾਈ ਨਮਸਕਾਰ ਹੈ। ਭੂਤ ਕਹਿੰਦੇ ਨੇ, ਭੂ ਕਹਿੰਦੇ ਨੇ ਧਰਤੀ ਨੂੰ, ਪ੍ਰਿਥਵੀ ਨੂੰ। ਪ੍ਰਿਥਵੀ ਦੇ ਜੋ ਕਾਰਜ ਤੱਤ ਨੇ, ਉਹਨਾਂ ਤੋਂ ਵੀ ਪਰਮਾਤਮਾ ਰਹਿਤ ਹੈ, ਤੱਤਾਂ ਤੋਂ ਰਹਿਤ ਹੈ। ਵਿਸ਼ੇਸ਼ ਕਰਕੇ ਪਰਮਾਤਮਾ ਭੂਤ ਕਹਿੰਦੇ ਨੇ ਸਰੀਰਾਂ ਨੂੰ, ਸਰੀਰਾਂ ਤੋਂ ਰਹਿਤ ਵੀ ਹੈ ਅਤੇ ਸਾਰਿਆਂ ਸਰੀਰਾਂ ਵਿੱਚ ਆਇਆ ਹੋਇਆ ਵੀ ਹੈ। ਐਸੇ ਵਿਭੂਤੇ, ਸਮਸਤੀ ਵਿਭੂਤੇ, ਜਿੰਨੀ ਵੀ ਸਾਰੀ ਇਹ ਵਿਭੂਤੀ ਨਜ਼ਰ ਆਉਂਦੀ ਹੈ ਸੰਸਾਰ ਵਿੱਚ, ਜਿੰਨਾ ਵੀ ਸੰਸਾਰ ਵਿੱਚ ਸਾਰਾ ਖਜ਼ਾਨਾ ਨਜ਼ਰ ਆਉਂਦਾ ਹੈ, ਸਾਰਿਆਂ ਦਾ ਪ੍ਰਕਾਸ਼ਕ ਰੂਪ ਆਪ ਪਰਮਾਤਮਾ ਹੈ। ਕਲੰਕੰਗ ਬਿਨਾ ਨੇ ਕਲੰਕੀ ਸਰੂਪੇ। ਕਲੰਕੰਗ ਬਿਨਾ ਨੇ ਕਲੰਕੀ ਸਰੂਪੇ। ਹੁਣ ਜਿਹੜਾ ਆਹ ਪਾਠ ਹੈ, ਪੁਰਾਤਨ ਜੋ ਦਸਮ ਗ੍ਰੰਥ ਦੀਆਂ ਬੀੜਾਂ ਨੇ, ਸਰੂਪ ਨੇ, ਉਹਨਾਂ ਵਿੱਚ ਕਲੰਕੰਗ ਬਿਨਾ ਨੇ, ਬੱਬੇ ਨੂੰ ਸਿਹਾਰੀ, ਨੰਨੇ ਨੂੰ ਕਰਨਾ ਅਤੇ ਨੰਨੇ ਨੂੰ ਨਾ ਲਾਵਾਂ ਲਾ ਕੇ ਉੱਥੇ ਫਿਰ ਵਿਸ਼ਰਾਮ ਦਿੱਤਾ ਹੈ। ਉਸ ਤੋਂ ਬਾਅਦ ਕਲੰਕੀ ਸਰੂਪੇ। ਇਸ ਤਰ੍ਹਾਂ ਇਹ ਪਾਠ
ਪੁਰਾਤਨ ਬੀੜਾ ਵਿੱਚ ਜੋ 10ਵਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੇ ਉਹਨਾਂ ਵਿੱਚ ਆਉਂਦਾ ਹੈ। ਪਰ ਇਹ ਪਾਠ ਇਕੱਠਾ ਹੈ ਕਲੰਕੰ ਬਿਨਾ ਨੇ ਕਲੰਕੀ ਸਰੂਪੇ, ਜਿਹੜਾ ਕਲੰਕ ਤੋਂ ਰਹਿਤ ਹੈ, ਜੋ ਨੇਹ ਕਲੰਕੀ ਸਰੂਪ ਹੈ, ਜਿਸ ਨੂੰ ਕੋਈ ਕਲੰਕ ਨਹੀਂ ਹੈ, ਜੋ ਕਾਲਖ ਤੋਂ ਰਹਿਤ ਹੈ, ਦਾਗ ਤੋਂ ਰਹਿਤ ਹੈ ਪਰਮਾਤਮਾ, ਜੋ ਤਮੋ ਗੁਣ ਤੋਂ ਰਹਿਤ ਹੈ, ਜੋ ਨਮੋ ਰੂਪ ਹੈ, ਭਾਵ ਕਿ ਨਮਸਕਾਰ ਕਰਨ ਯੋਗ ਹੈ, ਨਮਸਕਾਰ ਕਰਨ ਰੂਪ ਜੋ ਪਰਮਾਤਮਾ ਹੈ, ਜੋ ਅਗਿਆਨ ਦੇ ਦੋਸ਼ ਤੋਂ ਕਲੰਕ ਤੋਂ ਰਹਿਤ ਹੈ, ਉਹ ਐਸਾ ਪਰਮਾਤਮਾ, ਐਸੇ ਪਰਮਾਤਮਾ ਨੂੰ ਨਮਸਕਾਰ ਹੈ। ਹੁਣ ਕਈ ਕਿੰਤੂ ਕਰਦੇ ਨੇ ਕਿ ਕਲੰਕਕ ਬਿਨਾ ਨੇ ਕਲੰਕੀ ਸਰੂਪੇ, ਇਹ ਪਾਠ ਵੱਖਰਾ ਵੱਖਰਾ ਲਿਖਿਆ ਹੈ, ਪੜ੍ਹਦੇ ਤੁਸੀਂ ਇਕੱਠੇ ਹੋ ਨਹੀਂ। ਸਤਿਗੁਰੂ ਜੀ ਕਵੀਆਂ ਦੇ ਕਵੀ ਹੋਏ ਨੇ। ਇਹ ਜੋ ਭੁਜੰਗ ਪ੍ਰਿਆਤ ਛੰਦ ਦੀ ਜੋ ਚਾਲ ਹੈ, ਇਸ ਦੇ ਜੋ ਜਗਣ ਪੂਰੇ ਕਰਨੇ ਹੁੰਦੇ ਨੇ, 4 ਯਗਨ ਭੁਜੰਗ ਪ੍ਰਿਆਤ ਛੰਦ ਵਿੱਚ ਵਰਤੇ ਜਾਂਦੇ ਨੇ। ਪਹਿਲੇ ਕੱਕਾ ਮੁਕਤਾ ਭਾਵ ਕਿ ਲਘੂ, ਫਿਰ 2 ਗੁਰੂ, ਲੱਲੇ ਤੇ ਟਿੱਪੀ ਤੇ ਕੱਕੇ ਤੇ ਟਿੱਪੀ ਕਲੰਕੰ 1 ਯਗਨ ਹੋ ਗਿਆ। ਅਤੇ ਉਸ ਤੋਂ ਬਾਅਦ ਬੱਬੇ ਨੂੰ ਸਿਹਾਰੀ ਲਘੂ, ਨੰਨੇ ਨੂੰ ਕੰਨਾ ਅਤੇ ਨੰਨੇ ਨੂੰ ਲਾ, 2 ਗੁਰੂ ਹੋ ਗਏ। ਇਸ ਤਰ੍ਹਾਂ 2 ਯਗਨ ਪੂਰੇ। ਇਸ ਤਰ੍ਹਾਂ ਸਤਿਗੁਰਾਂ ਨੇ 4 ਯਗਨ ਪੂਰੇ ਕੀਤੇ ਨੇ ਭੁਜੰਗ ਪ੍ਰਿਆਤ ਛੰਦ ਦੇ। ਇੱਕ ਪੰਕਤੀ ਵਿੱਚ 4 ਯਗਨ ਹੁੰਦੇ ਨੇ ਅਤੇ 4 ਚਰਨਾਂ ਦੀ ਇੱਕ ਪੌੜੀ ਹੁੰਦੀ ਹੈ, 4 ਤੁਕਾਂ ਹੁੰਦੀਆਂ ਨੇ ਇੱਕ ਪੌੜੀ ਵਿੱਚ, ਜੋ ਭੁਜੰਗ ਪ੍ਰਿਆਤ ਛੰਦ ਦਾ ਜੋ ਨਿਯਮ ਹੈ। ਇਹ ਸਤਿਗੁਰੂ ਜੀ ਕਵੀਆਂ ਦੇ ਕਵੀ ਹੋਏ ਨੇ। ਆਪਾਂ ਉਹਨਾਂ ਦੀ ਸੋਚ ਦਾ, ਉਹਨਾਂ ਦੇ ਗੁਣਾਂ ਦਾ ਆਪਾਂ ਅੰਤ ਨਹੀਂ ਪਾ ਸਕਦੇ। ਨਮੋ ਰਾਜੇਸ਼ਵਰੰ ਪਰਮ ਰੂਪੇ। ਨਮੋ ਰਾਜੇਸ਼ਵਰੰ, ਇਹ ਰਾਜੇਸ਼ਵਰੰ ਪਾਠ ਇਕੱਠਾ ਹੈ, ਪਰ ਪੁਰਾਤਨ ਸਰੂਪਾਂ ਵਿੱਚ ਵੱਖਰਾ ਲਿਖਿਆ ਆਉਂਦਾ ਹੈ, ਪਰ ਉਚਾਰਨ ਇਕੱਠਾ ਹੈ। ਨਮੋ ਰਾਜੇਸ਼ਵਰੰ ਪਰਮ ਰੂਪੇ, ਜੋ ਮੁਕਤੀ ਰੂਪ ਹੈ, ਜੋ ਪਰਮ ਵੱਡਾ ਸਰੂਪ ਹੈ, ਉਸ ਨੂੰ ਮੇਰੀ ਨਮਸਕਾਰ ਹੈ। ਜੋ ਬ੍ਰਹਮਾ ਵਿਸ਼ਨੂੰ ਆਦਿਕ ਇਹਨਾਂ ਤੋਂ ਵੀ ਵੱਡਾ ਈਸ਼ਰ ਹੈ, ਉਸ ਨੂੰ ਮੇਰੀ ਨਮਸਕਾਰ ਹੈ। ਨਮੋ ਰਾਜੇਸ਼ਵਰੰ ਪਰਮ ਰੂਪੇ, ਜੋ ਮੁਕਤੀ ਰੂਪ ਹੈ, ਜੋ ਕਲਿਆਣ ਰੂਪ ਹੈ। ਨਮੋ ਜੋਗੇਸ਼ਵਰੰ ਪਰਮ ਸਿੱਧੇ, ਜੋ ਜੋਗੀਆਂ ਦਾ ਵੀ ਜੋਗੀ ਹੈ, ਜੋ ਜੋਗੀਆਂ ਦਾ ਵੀ ਵੱਡਾ ਈਸ਼ਰ ਹੈ, ਵੱਡਾ ਹੈ ਜੋਗੀਆਂ ਤੋਂ ਵੀ, ਉਸ ਨੂੰ ਮੇਰੀ ਨਮਸਕਾਰ ਹੈ। ਨਮੋ ਜੋਗੇਸ਼ਵਰੰ ਪਰਮ ਸਿੱਧੇ, ਸਿੱਧੇ ਜੋ ਪ੍ਰਾਪਤ ਰੂਪ ਹੈ, ਪਰਮ ਸਿੱਧੇ, ਪਰਮ ਕਹਿੰਦੇ ਨੇ ਵੱਡਾ, ਪਰਮ ਕਹਿੰਦੇ ਨੇ ਮਹਾਨ, ਜੋ ਪ੍ਰਸਿੱਧ ਹੈ, ਮਸ਼ਹੂਰ ਹੈ, ਜੋ ਸਿੱਧਾਂ ਦਾ ਸਿੱਧ ਰੂਪ ਹੈ। ਸਿੱਧ ਕਹਿੰਦੇ ਨੇ ਮੁਕਤ ਰੂਪ ਨੂੰ, ਜੋ ਮੁਕਤ ਰੂਪ ਹੈ, ਜੋ ਕੇਵਲ ਮੁਕਤੀ ਦੇ ਦੇਣ ਵਾਲਾ ਹੈ, ਉਸ ਨੂੰ ਮੇਰੀ ਨਮਸਕਾਰ ਹੈ। ਨਮੋ ਰਾਜੇਸ਼ਵਰੰ ਪਰਮ ਬ੍ਰਿਧੇ। ਨਮੋ ਰਾਜੇਸ਼ਵਰੰ ਪਰਮ ਬ੍ਰਿਧੇ, ਜੋ ਰਾਜਿਆਂ ਦਾ ਰਾਜਾ ਰੂਪ ਹੈ, ਜੋ ਇੰਦਰ ਆਦਿ ਰਾਜਿਆਂ ਦਾ ਵੀ ਰਾਜਾ ਹੈ, ਸਗੋਂ ਇਹਨਾਂ ਨੂੰ ਵੀ ਜੋ ਰਾਜ ਬਖਸ਼ਣ ਵਾਲਾ ਹੈ, ਉਸ ਨੂੰ ਨਮਸਕਾਰ ਹੈ। ਜੋ ਰਾਜਿਆਂ ਦਾ ਰਾਜਾ ਰੂਪ ਹੈ, ਜੋ ਵੱਡਾ ਹੈ, 3 ਕਾਲਾਂ ਵਿੱਚ ਜੋ ਵੱਡੇ ਤੋਂ ਵੱਡਾ ਹੈ, ਜੋ ਮਹਾਨ ਵੱਡਾ ਹੈ, ਸਾਰਿਆਂ ਦੇ ਭੇਦਾਂ ਨੂੰ ਜੋ ਜਾਣਨ ਵਾਲਾ ਹੈ, ਜੋ ਭੇਦਾਂ ਦੇ ਭੇਦ ਨੂੰ ਜਾਣਨ ਵਾਲਾ ਹੈ, ਜੋ ਪ੍ਰਕਾਸ਼ ਸਰੂਪ ਹੈ, ਉਸ ਨੂੰ ਮੇਰੀ ਨਮਸਕਾਰ ਹੈ। ਬ੍ਰਿਧੇ ਕਹਿੰਦੇ ਨੇ ਬ੍ਰਿਧੀ ਕਰਨਾ, ਭਾਵ ਕਿ ਵਾਧਾ ਕਰਨਾ, ਜੋ ਗਿਆਨ ਵਿੱਚ ਵਾਧਾ ਕਰਦਾ ਹੈ। ਬ੍ਰਿਧ ਕਹਿੰਦੇ ਨੇ ਪੁਰਾਣੇ ਨੂੰ, ਜੋ ਮਾਇਆ ਤੋਂ ਵੀ ਪੁਰਾਣਾ ਹੈ, ਜਿਸ ਨੇ ਮਾਇਆ ਨੂੰ ਵੀ ਬਣਾਇਆ ਹੈ, ਜਿਸ ਨੇ ਸ੍ਰਿਸ਼ਟੀ ਨੂੰ ਰਚਿਆ ਹੈ, ਐਸੇ ਪਰਮਾਤਮਾ ਨੂੰ ਨਮਸਕਾਰ ਹੈ। ਨਮੋ ਸ਼ਸਤਰ ਪਾਣੇ, ਜਿਹੜਾ ਹੱਥ ਵਿੱਚ ਸ਼ਸਤਰਾਂ ਨੂੰ ਪਕੜਨ ਵਾਲਾ ਹੈ, ਉਸ ਨੂੰ ਨਮਸਕਾਰ ਹੈ। ਨਮੋ ਅਸਤਰ ਮਾਣੇ, ਅਸਤਰ ਜੋ ਚੱਕਰ, ਤੀਰ, ਬੰਦੂਕ, ਗੋਪੀਆ, ਬਰਸ਼ੀਆ ਆਦਿਕ ਜਦੋਂ ਦਾ ਹੱਥ ਵਿੱਚ ਹੁੰਦੇ ਨੇ ਤਾਂ ਸ਼ਸਤਰ ਹੁੰਦੇ ਨੇ, ਜਦੋਂ ਹੱਥ ਤੋਂ ਛੱਡ ਕੇ ਮਾਰੀਏ ਤਾਂ ਅਸਤਰ ਬਣ ਜਾਂਦੇ ਨੇ। ਜੋ ਇਹਨਾਂ ਅਸਤਰਾਂ ਨੂੰ ਵੀ ਜੋ ਮੰਨਣ ਵਾਲਾ ਹੈ, ਜੋ ਸਾਰੇ ਅਸਤਰ ਆਪ ਜੀ ਦੇ ਹੱਥ ਵਿੱਚ ਹਨ, ਆਪ ਜੀ ਦੇ ਅਧੀਨ ਹਨ, ਜਿਹਨੂੰ ਚਾਹੇ ਬਚਾ ਸਕਦਾ ਹੈ, ਜਿਹਨੂੰ ਚਾਹੇ ਮਾਰ ਸਕਦਾ ਹੈ। ਜਿਵੇਂ ਹਰਨਾਕਸ਼ ਨੇ ਤਲਵਾਰ ਚਲਾਈ ਪ੍ਰਹਿਲਾਦ 'ਤੇ, ਤਾਂ ਉਸ ਦੀ ਤਲਵਾਰ
ਉਹ ਚੱਲ ਨਹੀਂ ਸਕੀ, ਵਾਰ ਨਹੀਂ ਕਰ ਸਕੀ, ਕਿਉਂਕਿ ਪਰਮਾਤਮਾ ਨੇ ਆਪ ਪ੍ਰਹਿਲਾਦ ਨੂੰ ਬਚਾਇਆ ਹੈ। ਸਾਰੇ ਸ਼ਸਤਰ ਅਸਤਰ ਉਹਦੇ ਹੱਥ ਵਿੱਚ ਨੇ। ਜਿਵੇਂ ਇੱਕ ਸ਼ਿਕਾਰੀ ਨੇ ਜਦੋਂ ਸ਼ਿਕਾਰ ਖੇਡਣ ਗਿਆ ਅਤੇ ਇੱਕ ਗਰਭ ਤੋਂ ਹਿਰਨੀ ਸੀ, ਉਹ ਸ਼ਿਕਾਰੀ ਨੇ ਕੀ ਕੀਤਾ, ਇੱਕ ਪਾਸੇ ਕੁੱਤੇ ਨੂੰ ਖੜ੍ਹਾ ਕਰ ਦਿੱਤਾ, ਇੱਕ ਪਾਸੇ ਜਾਲ ਰੱਖ ਦਿੱਤਾ, ਬੰਨ੍ਹ ਦਿੱਤਾ, ਅਤੇ ਇੱਕ ਪਾਸੇ ਅੱਗ ਲਾ ਤੀ, ਅਤੇ ਚੌਥੇ ਪਾਸੇ ਆਪ ਤੀਰ ਦਾ ਨਿਸ਼ਾਨਾ ਲਾ ਕੇ ਬੈਠ ਗਿਆ ਕਿ ਹਿਰਨੀ ਦਾ ਸ਼ਿਕਾਰ ਕਰਨਾ ਹੈ। ਰੱਬ ਦੀ ਐਸੀ ਨੇਤ ਹੋਈ, ਕਿਉਂਕਿ ਹਿਰਨੀ ਨੂੰ ਬਚਾਉਣਾ ਸੀ। ਜਦੋਂ ਤੀਰ ਚਲਾਉਣ ਲੱਗਾ ਤਾਂ ਸੱਪ ਨੇ ਪੈਰ 'ਤੇ ਡੰਗ ਮਾਰਿਆ, ਤਾਂ ਉੱਥੇ ਹੀ ਸ਼ਿਕਾਰੀ ਮਰ ਗਿਆ ਅਤੇ ਤੀਰ ਛੁੱਟ ਕੇ ਉਹ ਕੁੱਤੇ 'ਤੇ ਜਾ ਵੱਜਿਆ ਅਤੇ ਕੁੱਤਾ ਮਰ ਗਿਆ। ਕੁੱਤੇ ਨੇ ਚੀਖ ਚਿਹਾੜਾ ਪਾ ਦਿੱਤਾ। ਉਸ ਤੋਂ ਬਾਅਦ ਰੱਬ ਦੀ ਨੇਤ, ਹਵਾ ਚੱਲ ਪਈ ਅਤੇ ਅੱਗ ਨੇ ਜਾਲ ਫੂਕ ਦਿੱਤਾ ਅਤੇ ਮੀਂਹ ਪੈ ਗਿਆ ਬਾਅਦ ਵਿੱਚ, ਅਤੇ ਉਹ ਪਾਣੀ ਨੇ, ਵਰਖਾ ਨੇ ਅੱਗ ਬੁਝਾ ਦਿੱਤੀ ਅਤੇ ਉਹ ਹਿਰਨੀ ਬਚ ਗਈ। ਐਸੇ ਤਰ੍ਹਾਂ ਜਿਹਨੂੰ ਚਾਹੇ ਬਚਾ ਸਕਦਾ ਹੈ, ਪਰ ਜਿਹਨੂੰ ਚਾਹੇ ਉਹ ਮਾਰ ਵੀ ਸਕਦਾ ਹੈ। ਫਿਰ ਉਹ ਜਿਹਨੂੰ ਮਾਰਨਾ ਹੋਵੇ ਫਿਰ ਬਚ ਵੀ ਨਹੀਂ ਸਕਦਾ, ਭਾਵੇਂ ਕਿੱਥੇ ਮਰਜ਼ੀ ਜਾ ਕੇ ਲੁਕ ਜਾਵੇ, ਫਿਰ ਉਹ ਬਚ ਵੀ ਨਹੀਂ ਸਕਦਾ। ਐਸੇ ਅਸਤਰ ਸ਼ਾਸਤਰ ਜਿਹਦੇ ਹੱਥ ਵਿੱਚ ਨੇ, ਉਸ ਨੂੰ ਨਮਸਕਾਰ ਹੈ। ਨਮੋ ਪਰਮ ਗਿਆਤਾ, ਜੋ ਵੱਡਾ ਗਿਆਤਾ ਹੈ, ਸਭ ਦੇ ਜਾਣਨ ਵਾਲਾ ਹੈ, ਜੋ ਗਿਆਨ ਸਰੂਪ ਹੈ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਭਾਵੇਂ ਅਨਕ ਪਰਦੇ ਮਹਿ ਕਰਹਿ ਵਿਕਾਰ, ਖਿਨ ਮਹਿ ਪ੍ਰਗਟ ਹੋਏ ਸੰਸਾਰ। ਭਾਵੇਂ ਤੂੰ ਜਿੰਨੇ ਮਰਜ਼ੀ ਲੁਕ ਲੁਕ ਕੇ ਵਿਕਾਰ ਕਰ ਲੈ, ਚੋਰੀਆਂ ਕਰ ਲੈ, ਠੱਗੀਆਂ ਮਾਰ ਲੈ, ਪਰ ਉਹ ਗਿਆਨ ਸਰੂਪ ਗਿਆਤਾ ਜੋ ਹੈ, ਉਹ ਸਾਰਿਆਂ ਦੇ ਭੇਦ ਜਾਣਨ ਵਾਲਾ ਹੈ, ਸਾਰਿਆਂ ਨੂੰ ਜਾਣਨ ਵਾਲਾ ਹੈ। ਉਸ ਤੋਂ ਕੁਝ ਲੁਕਿਆ ਛਿਪਿਆ ਨਹੀਂ ਹੈ। ਤੂੰ ਕੀ ਲੁਕੋ ਕੇ ਉਸ ਤੋਂ ਪਾਪ ਕਰਦਾ ਹੈ? ਭਾਵੇਂ 100 ਜੰਦਰੇ ਮਾਰ ਕੇ ਕਿਸੇ ਕੋਠੀ ਵਿੱਚ ਭੋਰਾ ਪੁੱਟ ਕੇ ਲੁਕ ਜਾ, ਪਰ ਉਸ ਨੂੰ ਸਾਰਾ ਕੁਛ ਪਤਾ ਲੱਗੀ ਜਾਂਦਾ ਹੈ, ਜੋ ਗਿਆਨ ਸਰੂਪ ਹੈ। ਨਮੋ ਲੋਕ ਮਾਤਾ, ਨਮੋ ਲੋਕ ਮਾਤਾ, ਇਹ ਮਾਤਾ ਹੀ ਪਾਠ ਸ਼ੁੱਧ ਜਾਣਨਾ ਹੈ। ਅਰਥ ਵਾਸਤੇ ਮਾਤਾ ਪਾਠ ਵੀ ਹੁੰਦਾ ਹੈ। ਨਮੋ ਲੋਕ ਮਾਤਾ, ਜੋ ਸਭ ਲੋਕਾਂ ਦਾ ਜੋ ਮਾਤਾ ਰੂਪ ਹੈ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਜਿਵੇਂ ਕਈ ਕਿੰਤੂ ਕਰਦੇ ਨੇ, ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਪੰਕਤੀ ਆਉਂਦੀ ਹੈ ਕਿ ਕਾਲ ਕਾ ਅਰਾਧੀ, ਕਿ ਜਦੋਂ ਪਰਮੇਸ਼ਰ ਨੇ, ਜਦੋਂ ਕਲਗੀਧਰ ਪਿਤਾ ਜੀ ਨੇ ਤਪੱਸਿਆ ਕੀਤੀ, ਮਹਾਕਾਲ ਕਾਲ ਕਾ ਅਰਾਧੀ, ਕਦੇ ਉਹਨਾਂ ਨੇ ਤਾਂ ਦੇਵੀ ਨੂੰ ਪੂਜਿਆ ਹੈ ਜੀ, ਦੇਵੀ ਦੀ ਆਰਾਧਨਾ ਕੀਤੀ ਹੈ? ਨਹੀਂ। ਮਹਾਕਾਲ, ਜੋ ਮਹਾਕਾਲ ਹੈ, ਕਾਲ ਕਾ ਅਰਾਧੀ, ਇਹ ਅਨਵੈ ਕਰਕੇ ਅਰਥ ਹੁੰਦਾ ਹੈ ਕਿ ਕਾਲ ਕਾ ਮਹਾਕਾਲ, ਜੋ ਕਾਲ ਦਾ ਵੀ ਕਾਲ ਕਰਨ ਵਾਲਾ ਹੈ, ਉਸ ਦੀ ਆਰਾਧਨਾ ਕੀਤੀ ਹੈ। ਮਹਾਕਾਲ ਕਾਲ ਕਾ ਅਰਾਧੀ। ਹੁਣ ਪਰਮੇਸ਼ਰ ਮਾਤਾ ਰੂਪ ਵੀ ਹੈ। ਹੁਣ ਇਸ ਦਾ ਮਤਲਬ ਇਹ ਥੋੜ੍ਹੀ ਕਿ ਉਹ ਕਲਗੀਧਰ ਪਿਤਾ ਜੀ ਨੇ ਦੇਵੀ ਦੀ ਪੂਜਨਾ, ਦੇਵੀ ਦੀ ਆਰਾਧਨਾ ਕੀਤੀ ਹੈ। ਨਹੀਂ, ਹੁਣ ਇੱਥੇ ਆਇਆ ਹੈ ਨਮੋ ਲੋਕ ਮਾਤਾ, ਜਿਹੜਾ ਪਰਮੇਸ਼ਰ ਸਾਰਿਆਂ ਦਾ ਮਾਤਾ ਰੂਪ ਵੀ ਹੈ। ਹੁਣ ਕਈ ਉਸ ਨੂੰ ਮਾਤਾ ਰੂਪ ਕਰਕੇ ਧਿਆਉਂਦੇ ਨੇ, ਅਤੇ ਕਈ ਗੁਰੂ ਰੂਪ ਕਰਕੇ ਧਿਆਉਂਦੇ ਨੇ, ਕਈ ਪਿਤਾ ਜਾਣ ਕੇ ਧਿਆਉਂਦੇ ਨੇ। ਇਸ ਦਾ ਮਤਲਬ ਇਹ ਨਹੀਂ ਹੋ ਜਾਂਦਾ ਕਿ ਕਲਗੀਧਰ ਪਿਤਾ ਨੇ ਦੇਵੀ ਦੀ ਉਪਾਸਨਾ, ਦੇਵੀ ਦੀ ਭਗਤੀ ਕੀਤੀ ਹੈ। ਉਹ ਤਾਂ ਦੇਵੀਆਂ ਨੂੰ ਵੀ, ਉਹ ਤਾਂ ਭਗਤੀ ਕਰਾਉਣ ਵਾਲੇ ਨੇ, ਉਹ ਤਾਂ ਦੇਵੀ ਦੇਵਤਿਆਂ ਦੇ ਵੀ ਪ੍ਰਕਾਸ਼ਕ ਨੇ। ਨਮੋ ਲੋਕ ਮਾਤਾ, ਲੋਕ ਕਹਿੰਦੇ ਨੇ ਪ੍ਰਕਾਸ਼ ਰੂਪ, ਜਿਹੜੇ ਸਾਰੇ ਲੋਕਾਂ ਦੇ ਮਾਤਾ ਨੇ। ਅੱਗੇ ਮਾਤਾ, ਮਾਤਾ ਕਹਿੰਦੇ ਨੇ ਮਸਤ ਰੂਪ, ਜਿਹੜੇ ਸਾਰੇ ਲੋਕਾਂ ਵਿੱਚ ਮਸਤ ਰੂਪ ਹੈ। ਨਮੋ ਲੋਕ ਮਾਤਾ, ਮੰਮੇ ਨੂੰ ਕਰਨਾ, ਇਸ ਦਾ ਅਰਥ ਹੋ ਗਿਆ ਮਾਇਆ, ਅਤੇ ਵਿੱਚੋਂ ਐੜਾ ਨਿਕਲ ਗਿਆ ਆਤਾ। ਜੋ ਮਾਇਆ ਦਾ ਵੀ ਆਤਾ, ਅੰਤ ਕਰਨ ਵਾਲਾ ਹੈ, ਉਸ ਪਰਮਾਤਮਾ ਨੂੰ ਮੇਰੀ ਨਮਸਕਾਰ ਹੈ। ਅਪੇਖੀ ਅਭਰਮੀ, ਉਹ ਭੇਖਾਂ ਤੋਂ ਰਹਿਤ ਹੈ, ਭੇਖਤਾਰੀ ਨਹੀਂ ਹੈ।
ਭੇਖ ਕੀ ਹੁੰਦਾ ਹੈ? ਅੰਦਰ ਸਚਾਈ ਨਾ ਹੋਣੀ ਤੇ ਉੱਤੋਂ ਬਨਾਵਟਾਂ ਬਣਾਈ ਜਾਣੀਆਂ, ਇਹਨੂੰ ਕਹਿੰਦੇ ਨੇ ਭੇਖ। ਕਿ ਅੰਦਰ ਸਚਾਈ ਨਾ ਹੋਵੇ ਤੇ ਉੱਪਰੋਂ ਲਿਬਾਸ ਸਾਧੂ ਸੰਤਾਂ ਵਾਲਾ, ਬੜਾ ਧਰਮੀਆਂ ਵਾਲਾ ਬਣਾ ਲਿਆ, ਉਹਨੂੰ ਕਹਿੰਦੇ ਨੇ ਭੇਖ। ਕਿ ਅੰਦਰ ਸਚਾਈ ਨਾ ਹੋਵੇ। ਜਿਹੜਾ ਪਰਮਾਤਮਾ ਹੈ ਉਹ ਖਟ ਦਰਸ਼ਨ, ਚਾਰ ਵਰਨ, ਚਾਰ ਗੋਤਾਂ ਦੇ ਭੇਖਾਂ ਤੋਂ ਰਹਿਤ ਹੈ। ਉਹ ਤਾਂ ਜੋ ਕਾਰਨ, ਜੋ ਸੂਖਮ ਸਥੂਲ ਦੇਹਾਂ ਨੇ, ਜੋ ਇਹਨਾਂ ਦੇ ਕਾਰਨਾਂ ਤੋਂ, ਇਹਨਾਂ ਦੇ ਭੇਖਾਂ ਤੋਂ ਵੀ ਰਹਿਤ ਹੈ ਪਰਮਾਤਮਾ, ਉਸ ਨੂੰ ਨਮਸਕਾਰ ਹੈ। ਅਭੋਗੀ ਅਭੁਗਤੇ ਅਭੇਖੀ ਅਭਰਮੀ, ਜੋ ਪੰਜ ਤਰ੍ਹਾਂ ਦਾ ਭਰਮ ਹੈ, ਭੇਦ ਭਰਮ, ਕਰਤੱਤ ਭਰਮ, ਪੁੰਨ ਸੰਗ ਭਰਮ, ਵਿਕਾਰ, ਬ੍ਰਹਮ ਇਤਰ ਜਗ ਸਤ ਭਰਮ, ਪੰਚੋ ਭਰਮ ਸੰਸਾਰ। ਇਹਨਾਂ ਭਰਮਾਂ ਤੋਂ ਵੀ ਜੋ ਰਹਿਤ ਹੈ, ਜੋ ਭਰਮਣ ਤੋਂ ਰਹਿਤ ਹੈ, ਉਸ ਪਰਮਾਤਮਾ ਨੂੰ ਨਮਸਕਾਰ ਹੈ। ਅਭੋਗੀ, ਜੋ ਭੋਗ ਪੈਣ ਤੋਂ ਰਹਿਤ ਹੈ। ਆਪਾਂ ਕਹਿੰਦੇ ਨੇ ਕਿ ਫਲਾਣਾ ਬੰਦਾ ਚੜ੍ਹਾਈ ਕਰ ਗਿਆ, ਅੱਜ ਉਹਦਾ ਭੋਗ ਪੈਣਾ ਹੈ, ਜਾਂ ਫਲਾਣੇ ਦਾ ਭੋਗ ਪੈ ਗਿਆ। ਭਾਵ ਕਿ ਉਹ ਮ੍ਰਿਤੂ ਤੋਂ ਰਹਿਤ ਹੈ, ਮਰਨ ਤੋਂ ਰਹਿਤ ਹੈ। ਭੋਗੀ ਵਿਕਾਰਾਂ ਤੋਂ ਰਹਿਤ ਹੈ, ਭੋਗੀ ਪਦਾਰਥਾਂ ਤੋਂ ਰਹਿਤ ਹੈ। ਅਭੇਖੀ ਅਭਰਮੀ, ਅਭੋਗੀ ਅਭੁਗਤੇ, ਉਸਨੂੰ ਭੋਗਣਾ ਨਹੀਂ ਪੈਂਦਾ। ਇੱਕ ਰਸ ਹੈ, ਜਿਵੇਂ ਜਵਾਨੀ ਅਤੇ ਬਿਰਧ ਅਵਸਥਾ ਭੋਗੀ ਦੀ ਹੈ, ਇਸ ਤਰ੍ਹਾਂ ਭੋਗਣ ਤੋਂ ਰਹਿਤ ਹੈ। ਅਭੁਗਤੇ ਭੋਜਨ ਦੀ ਤਰ੍ਹਾਂ ਖਾਧੇ ਨਹੀਂ ਜਾਂਦੇ ਕਿ ਪਰਮਾਤਮਾ ਨੂੰ ਕੋਈ ਖਾ ਜਾਵੇ। ਜਿਵੇਂ ਸ਼ੇਰ ਆਪਣਾ ਸ਼ਿਕਾਰ ਕਰਦਾ ਹੈ, ਕਿਸੇ ਨੂੰ ਖਾ ਜਾਂਦਾ ਹੈ, ਜਾਂ ਬੰਦੇ ਨੂੰ ਵੀ ਖਾ ਜਾਂਦਾ ਹੈ। ਬੰਦਾ ਅੱਜ ਕੱਲ੍ਹ ਜਾਨਵਰਾਂ ਨੂੰ ਹੀ ਮਾਰ ਮਾਰ ਕੇ ਖਾਈ ਜਾਂਦਾ ਹੈ, ਕੋਈ ਕੁੱਕੜ ਖਾਂਦਾ ਹੈ, ਕੋਈ ਕੁਛ ਖਾਂਦਾ ਹੈ, ਪਰ ਪਰਮਾਤਮਾ ਨੂੰ ਕੋਈ ਖਾ ਨਹੀਂ ਸਕਦਾ। ਅਭੁਗਤੇ ਆਪ ਕਹਿੰਦੇ ਨੇ ਹਿਰਦਿਆਂ ਵਿੱਚ ਗਤੇ, ਕਹਿੰਦੇ ਨੇ ਜੋ ਪ੍ਰਾਪਤ ਰੂਪ ਹੈ, ਜੋ ਭੋਜਨ ਆਦਿ ਖਾਣ ਤੋਂ ਰਹਿਤ ਹੈ। ਪਰਮਾਤਮਾ ਨੂੰ ਭੁੱਖ ਨਹੀਂ ਲੱਗਦੀ, ਉਹ ਰਹਿਤ ਹੈ ਇਹਨਾਂ ਗੱਲਾਂ ਤੋਂ ਜੋ ਹਿਰਦਿਆਂ ਵਿੱਚ ਪ੍ਰਾਪਤ ਰੂਪ ਹੈ। ਨਮੋ ਜੋਗ ਜੋਗੇਸ਼ਵਰੰ ਪਰਮ ਜੁਗਤੇ, ਜੋ ਜੋਗੀਆਂ ਦਾ ਵੀ ਜੋਗੀ ਹੈ। ਦੱਤਾਤਰੇ, ਵਿਸ਼ਨੂੰ, ਸ਼ਿਵਜੀ ਆਦਿਕ, ਮਸ਼ਿੰਦਰ, ਵਿਸ਼ਵਾਮਿੱਤਰ, ਮਹਾਦੇਵ, ਕਿੱਡੇ ਕਿੱਡੇ ਜੋਗੀ ਹੋਏ ਨੇ। ਸ਼ਿਵ ਜੀ 88,000 ਵਰ੍ਹਾ ਹੀ ਸਮਾਧੀ ਲਾ ਕੇ ਰੱਖਦਾ ਹੈ। ਸਿੱਧਾ ਨੇ ਯੋਗ ਕਰ ਕਰਕੇ ਕਿੱਡੀਆਂ ਉਮਰਾਂ ਵਧਾ ਲਈਆਂ। ਇਹਨਾਂ ਜੋਗੀਆਂ ਤੋਂ ਵੀ ਜੋ ਵੱਡਾ ਈਸ਼ਰ ਹੈ, ਜੁਗਤੇ, ਜੋ ਸਭ ਵਿੱਚ ਜੁੜਿਆ ਹੋਇਆ ਹੈ, ਜੁਗਤੇ, ਜੋ ਸਾਰੀਆਂ ਨੂੰ ਜੁਗਤੀਆਂ ਦੱਸਣ ਵਾਲਾ ਵੀ ਹੈ। ਜਿਵੇਂ ਗੁਰੂ ਨਾਨਕ ਦੇਵ ਜੀ ਸੁਮੇਰ ਪਰਬਤ 'ਤੇ ਗਏ, ਸਿੱਧਾ ਨਾਲ ਗੋਸ਼ਟ ਹੋਈ, ਤਾਂ ਸਿੱਧਾ ਨੂੰ ਫਿਰ ਮਹਾਰਾਜ ਨੇ ਜੁਗਤੀਆਂ ਵੀ ਦੱਸੀਆਂ ਕਿ ਮੁੰਦਾ ਸੰਤੋਖ, ਸੰਤੋਖ ਦੀਆਂ ਮੁੰਦਰਾਂ ਪਾਉਣੀਆਂ, ਸਰਮ ਪਤ ਝੋਲੀ, ਧਿਆਨ ਕੀ ਕਰਹਿ ਵਿਭੂਤ, ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਜੋ ਇੱਦਾਂ ਦੀਆਂ ਜੁਗਤੀਆਂ ਦੱਸਣ ਵਾਲਾ ਵੀ ਹੈ ਕਿ ਤੁਸੀਂ ਜਿੰਨੀ ਮਰਜ਼ੀ ਮੁੰਦਰਾ ਪਾ ਲਓ, ਭੇਖ ਧਾਰ ਲਓ, ਤਨ 'ਤੇ ਸੁਆਹ ਮਲ ਲਓ, ਉਪਰਾਮ ਹੋ ਕੇ ਪਰਬਤਾਂ 'ਤੇ ਜਾ ਕੇ ਬਹਿ ਜਾਓ ਕਿ ਅਸੀਂ ਵਿਰਕਤ ਹੁੰਦੇ ਹਾਂ, ਅਸੀਂ ਤਿਆਗੀ ਹੁੰਦੇ ਹਾਂ, ਪਰ ਜਦੋਂ ਤੱਕ ਤੁਸੀਂ ਆਪਣਾ ਮਨ ਨਹੀਂ ਜਿੱਤਿਆ, ਇਹ ਤੁਹਾਡੇ ਕਿਸੇ ਕੰਮ ਨਹੀਂ ਹੈ। ਮਨ ਜੀਤੈ ਜਗ ਜੀਤ, ਜੇ ਮਨ ਜਿੱਤ ਲਿਆ ਤਾਂ ਜਗ ਜਿੱਤ ਲਿਆ। ਮਨ ਮਾਨਿਆ ਤਾਂ ਹਰ ਜਾਣਿਆ, ਤਾਂ ਫਿਰ ਹਰੀ ਨੂੰ ਜਾਣ ਲੈਂਦਾ ਹੈ। ਐਸੇ ਪਰਮ ਇਹਨਾਂ ਤੋਂ ਵੱਡਾ ਹੈ, ਐਸੇ ਜੋਗੀਆਂ ਤੋਂ ਵੱਡਾ ਹੈ ਪਰਮਾਤਮਾ। ਨਮੋ ਨਿਤ ਨਾਰਾਇਣੇ ਕਰੂਰ ਕਰਮੇ, ਨਮੋ ਨਿਤ, ਜੋ ਨਿਤਾ ਸਰੂਪ ਹੈ, ਸਾਹਿਬ ਮੇਰਾ ਨੀਤ ਨਿਵਾਸ, ਸਦਾ ਸਦਾ ਦਾਤਾਰ। ਆਪਾਂ ਇਹ ਨਹੀਂ ਕਹਿ ਸਕਦੇ ਕਿ ਪਰਮਾਤਮਾ ਪਹਿਲੇ ਬੱਚਾ ਸੀ, ਫਿਰ ਜਵਾਨ ਹੋਇਆ, ਫਿਰ ਬੁੱਢਾ ਹੋਇਆ, ਫਿਰ ਮਰ ਗਿਆ। ਉਹ ਤਾਂ ਨਿਤ ਨਵਾਂ ਨਰੋਆ। ਸਾਹਿਬ ਮੇਰਾ ਨੀਤ ਨਿਵਾਸ, ਸਦਾ ਸਦਾ ਦਾਤਾਰ। ਉਹ ਜੋ ਨਿਤਾ ਸਰੂਪ ਹੈ, ਉਸ ਪਰਮੇਸ਼ਰ ਦਾ ਹੀ ਨਮਸਕਾਰ ਹੈ। ਅੱਗੇ ਨਾ ਕਹਿੰਦੇ ਨੇ ਨਹੀਂ ਨੂੰ, ਜਿਸ ਵਿੱਚ ਨਹੀਂ ਹੈ, ਕੀ ਨਹੀਂ ਹੈ? ਰਾਇਣ। ਰਾਇਣ ਕਹਿੰਦੇ ਨੇ ਰਾਤ ਨੂੰ, ਜਿਸ ਵਿੱਚ ਅਵਿਦਿਆ ਰੂਪੀ ਰਾਤ ਨਹੀਂ ਹੈ,
ਉਸ ਪਰਮਾਤਮਾ ਨੂੰ ਨਮਸਕਾਰ ਹੈ ਜਿਸ ਦਾ ਨਰਾ ਨਰਾ ਵਿੱਚ ਘਰ ਹੈ। ਉਸ ਤੋਂ ਬਾਅਦ ਨਾ ਆਰ ਐਨ, ਇਹ ਨਾਰਾਇਣ ਦੇ ਅਰਥ ਹੋ ਰਹੇ ਨੇ। ਜੋ ਨਾਰਾਇਣ ਉਪਨਿਸ਼ਦ ਹੈ, ਜੋ ਗ੍ਰੰਥ ਹੈ, ਉਸ ਵਿੱਚ ਨਾਰਾਇਣ ਦੇ 11 ਅਰਥ ਦੱਸੇ ਨੇ, 11 ਅਰਥ ਕੀਤੇ ਨੇ ਉਸ ਵਿੱਚ। ਪਹਿਲੇ ਨੰਨੇ ਨੂੰ ਕੰਨਾ ਨਾ, ਜਿਸ ਵਿੱਚ ਨਹੀਂ ਹੈ। ਕੀ ਨਹੀਂ ਹੈ? ਆਰ। ਆਰ ਕਹਿੰਦੇ ਨੇ ਵੈਰੀ ਨੂੰ, ਅਤੇ ਐਨ ਕਹਿੰਦੇ ਨੇ ਸਰੂਪ ਰੂਪੀ ਘਰ, ਜਿਸ ਦੇ ਸਰੂਪ ਰੂਪੀ ਘਰ ਵਿੱਚ ਵੈਰੀ ਨਹੀਂ ਹੈ। ਨਾਰ ਕਹਿੰਦੇ ਨੇ ਪਾਣੀ ਨੂੰ, ਜੋ ਖੀਰ ਸਮੁੰਦਰ ਹੈ, ਖੀਰ ਸਮੁੰਦਰ ਵਿੱਚ ਵੀ ਉਹ ਸੈਨ ਕਰਨ ਵਾਲਾ ਹੈ, ਭਾਵ ਕਿ ਬਿਰਾਜਣ ਵਾਲਾ ਹੈ। ਉਸ ਤੋਂ ਬਾਅਦ ਨਾ, ਨੰਨੇ ਨੂੰ ਕੰਨਾ ਨਾ। ਨਾ ਫਾਰਸੀ ਵਿੱਚ ਕਹਿੰਦੇ ਨੇ ਪੁਰਸ਼ ਨੂੰ, ਜੋ ਸਾਰਿਆਂ ਪੁਰਸ਼ਾਂ ਦੇ ਆਇਨ ਹਿਰਦਿਆਂ ਵਿੱਚ ਜੋ ਵਸਿਆ ਹੋਇਆ ਹੈ, ਉਸ ਨੂੰ ਕਹਿੰਦੇ ਨੇ ਨਾਰਾਇਣ। ਜੋ ਸਾਰਿਆਂ ਦੇ ਹਿਰਦਿਆਂ ਵਿੱਚ, ਪੁਰਖਾਂ ਦੇ ਹਿਰਦਿਆਂ ਵਿੱਚ ਵਸਿਆ ਹੋਇਆ ਹੈ, ਉਸ ਨੂੰ ਮੇਰੀ ਨਮਸਕਾਰ ਹੈ। ਕਰੂਰ ਕਰਮੇ, ਕਰੂਰ ਕਰਮੇ, ਕਰੂਰ ਕਰੜੇ ਤੋਂ ਕਰੜੇ ਕੰਮ ਕਰਨ ਵਾਲਾ ਜੋ ਹੈ, ਜਿਵੇਂ ਹਰਨਾਕਸ਼ ਨੂੰ ਮਾਰਿਆ, ਇਹ ਸਿਰਫ ਪਰਮਾਤਮਾ ਹੀ ਕਰ ਸਕਦਾ ਹੈ। ਗੁਰੂ ਨਾਨਕ ਮਹਾਰਾਜ ਨਾਲ ਪੰਜੇ ਨਾਲ ਹੀ ਮਹਾਰਾਜ ਨੇ ਪੱਥਰ ਨੂੰ ਰੋਕ ਦਿੱਤਾ, ਇਹ ਉਹਨਾਂ ਨੂੰ ਹੀ ਬਣਾਉਂਦਾ ਹੈ। ਕਾਲਯੁਗ ਜਦੋਂ ਵਿਕਰਾਲ ਰੂਪ ਧਾਰ ਕੇ ਆਇਆ, ਬੜੇ ਹਾਵ ਭਾਵ ਦਿਖਾਏ, ਬੜੇ ਲਾਲਚ ਦਿੱਤੇ, ਪਰ ਕਰੂਰ ਕਰਮੇ, ਕਾਲਯੁਗ ਨੂੰ ਹਰਾਉਣ ਦਾ ਕੰਮ ਕਿੰਨਾ ਕਠਿਨ ਸੀ, ਪਰ ਇਹ ਸਿਰਫ ਮਹਾਰਾਜ ਆਪ ਹੀ ਕਰ ਸਕਦੇ ਨੇ। ਪੰਜਾਂ ਤੱਤਾਂ ਤੋਂ ਕੰਮ ਕਰਾਉਣਾ, ਸਰੀਰ ਨੂੰ ਸਾਜਣਾ, ਇਹ ਪਰਮਾਤਮਾ ਤੋਂ ਬਿਨਾਂ ਕਿਹੜਾ ਕਰ ਸਕਦਾ ਹੈ। ਜੇ ਕਿਸੇ ਦੀ ਰੱਬ ਨਾ ਕਰੇ ਕਿਸੇ ਦੀ ਬਾਂਹ ਕੱਟੀ ਜਾਏ ਜਾਂ ਲੱਤ ਟੁੱਟ ਜੇ, ਡਾਕਟਰ ਨਕਲੀ ਤਾਂ ਲਗਾ ਸਕਦੇ ਨੇ, ਪਰ ਪਰਮਾਤਮਾ ਨੇ ਜਿਹੜੀ ਅਸਲੀ ਲਾਈ ਹੈ ਉਹਦੀ ਨਕਲ ਨਹੀਂ ਕਰ ਸਕਦੇ, ਉਹਦੇ ਵਰਗੀ ਨਹੀਂ ਲਾ ਸਕਦੇ। ਇਹ ਸਿਰਫ ਪਰਮਾਤਮਾ ਹੀ ਕਰ ਸਕਦਾ ਹੈ। ਕਠਿਨ ਤੋਂ ਕਠਿਨ ਕੰਮ ਜੋ ਹੈ, ਕਿਸੇ ਦੀ ਅੱਖਾਂ ਦੀ ਨਿਗਾਹ ਨਹੀਂ ਜਾਂ ਬੋਲ ਨਹੀਂ ਸਕਦਾ ਇਹ, ਜਾਂ ਕਿਸੇ ਦੇ ਸਵਾਸ ਪੂਰੇ ਹੋ ਗਏ, ਡਾਕਟਰਾਂ 'ਚ ਇੰਨੀ ਪਾਵਰ ਨਹੀਂ ਹੈ ਕਿ ਉਹਦੇ ਵਿੱਚ ਅਸੀਂ ਸਵਾਸ ਪਾ ਦਈਏ, ਕਿ ਸਵਾਸ ਪਾ ਦੇਣਗੇ ਉਹਦੇ ਵਿੱਚ। ਇਹ ਤਾਂ ਸਤਿਗੁਰ ਮੇਰਾ ਮਾਰ ਜੀਵਾਲੈ, ਇਹ ਤਾਂ ਪਰਮਾਤਮਾ ਹੀ, ਸਤਿਗੁਰੂ ਹੀ ਕਰ ਸਕਦਾ ਹੈ। ਜਿਨ੍ਹਾਂ ਕੀਤਾ ਪਸਾਓ ਏਕੋ ਕਵਾਓ। ਆਪਾਂ ਨੇ ਜੇ ਘਰ ਬਣਾਉਣਾ ਹੋਵੇ ਕਿੰਨੇ ਸਾਲ ਲੱਗਦੇ ਨੇ। ਪਹਿਲੇ ਨੀਹਾਂ ਪੁੱਟੋ ਜਾਂ ਜ਼ਮੀਨ ਖਰੀਦੋ, ਨੀਹਾਂ ਪੁੱਟੋ, ਸਰੀਆ ਲਿਆਓ, ਬਜਰੀ ਸੀਮਿੰਟ ਲਿਆਓ, ਸਾਲ ਦੇ ਸਾਲ ਵੀ ਲੱਗ ਜਾਂਦੇ ਨੇ ਘਰ ਬਣਾਉਣ ਨੂੰ। ਪਰ ਉਹ ਸਾਰੀ ਸ੍ਰਿਸ਼ਟੀ ਮਹਾਰਾਜ ਨੇ ਕੀਤਾ ਪਸਾਓ ਏਕੋ ਕਵਾਓ, ਇੱਕ ਬਚਨ ਨਾਲ ਹੀ ਸਾਰਾ ਪਸਾਰਾ ਮਹਾਰਾਜ ਨੇ ਕਰ ਦਿੱਤਾ। ਜਿਹੜਾ ਸ੍ਰਿਸ਼ਟੀ ਦੀ ਪਾਲਣਾ ਲਹਿਤਾ ਕਰਨ ਵਾਲਾ ਹੈ, ਨਾਸ਼ ਕਰਨ ਵਾਲਾ ਹੈ, ਸ੍ਰਿਸ਼ਟੀ ਨੂੰ ਸਾਜਣ ਵਾਲਾ ਹੈ, ਉਸ ਪਰਮਾਤਮਾ ਨੂੰ ਨਮਸਕਾਰ ਹੈ। ਨਮੋ ਪ੍ਰੀਤ ਅਪਰੇਤ ਦੇਵੇ ਸੋ ਧਰਮੇ। ਪ੍ਰੇਤ ਕਹਿੰਦੇ ਨੇ ਅਪਵਿੱਤਰ, ਜਿਹੜੇ ਸ਼ੁੱਧ ਨਹੀਂ ਹੈ, ਜਿਹੜੇ ਅਪਵਿੱਤਰ ਨੇ, ਅਤੇ ਅਪਰੇਤ ਕਹਿੰਦੇ ਨੇ ਪਵਿੱਤਰ ਨੂੰ। ਜਿਹੜਾ ਪਰਮਾਤਮਾ ਪ੍ਰੇਤ ਅਪਵਿੱਤਰਾਂ ਨੂੰ ਵੀ ਅਪਰੇਤ ਪਵਿੱਤਰ ਕਰਨ ਵਾਲਾ ਹੈ, ਉਸ ਪਰਮਾਤਮਾ ਨੂੰ ਮੇਰੀ ਨਮਸਕਾਰ ਹੈ। ਜੋ ਪ੍ਰੇਤ ਦੇਵ ਦੈਂਤਾ ਅਤੇ ਦੇਵਤਿਆਂ ਆਦਿ ਨੂੰ ਜੋ ਪੈਦਾ ਕਰਨ ਵਾਲਾ ਹੈ, ਵਾਹ ਜੋ ਭੂਤਾਂ ਦੇ ਦੇਵਤਿਆਂ ਦੇ ਪ੍ਰਕਾਸ਼ਕ ਰੂਪ ਹੈ। ਹੁਣ ਪ੍ਰੇਤ ਕਹਿੰਦੇ ਨੇ ਅਪਵਿੱਤਰ, ਜਿਵੇਂ ਜੈਨੀ ਹੋ ਗਏ, ਕੁਚੀਲ ਜੇ ਰਹਿਣਾ, ਆਪਣਾ ਬਿਸ਼ਟਾ ਆਪ ਹੀ ਖਾਈ ਜਾਣਾ, ਇਸ ਤਰ੍ਹਾਂ ਪ੍ਰੇਤ। ਉਸ ਤੋਂ ਬਾਅਦ ਜੋ ਅਪਰੇਤ, ਜੋ ਪਵਿੱਤਰ ਨੇ, ਜਿਹਦਾ ਸੋਧੀ ਆਤਕ, ਇਹਨਾਂ ਵਿੱਚ ਵੀ ਪਰਮਾਤਮਾ ਆਪ ਵਰਤ ਰਿਹਾ ਹੈ, ਪਰ ਹੁੰਦਾ ਹੋਇਆ ਵੀ ਇਹਨਾਂ ਤੋਂ ਅਸੰਗ ਹੈ। ਉਸ ਪਰਮਾਤਮਾ ਨੂੰ ਨਮਸਕਾਰ ਹੈ। ਦੇਵੇ ਸੋ ਧਰਮੇ। ਦੇਵੇ ਸੋ ਧਰਮੇ। ਸੋ ਧਰਮੇ ਕਹਿੰਦੇ ਨੇ ਇੰਦਰ ਦਾ ਨਾਮ ਹੈ। ਜੋ ਇੰਦਰਾ ਆਦਿ ਰਾਜਿਆਂ ਨੂੰ ਵੀ ਜੋ ਬਣਾਉਣ ਵਾਲਾ ਹੈ, ਪੈਦਾ ਕਰਨ ਵਾਲਾ ਹੈ, ਜੋ ਇੰਦਰ ਨੂੰ ਵੀ ਰਾਜ ਦੇਣ ਵਾਲਾ ਹੈ। ਦੇਵੇ ਸੋ ਧਰਮੇ, ਜੋ ਪ੍ਰਕਾਸ਼ ਸਰੂਪ ਹੈ,
ਜੋ ਦੇਵਤਿਆਂ ਦਾ ਵੀ ਇੰਦਰ ਰੂਪ ਹੈ, ਜੋ 33 ਕਰੋੜ ਦੇਵੀ ਦੇਵਤਿਆਂ ਦੀ ਸਭਾ ਰੂਪ ਵਿੱਚ ਆਪ ਹੈ, ਜੋ ਇਹਨਾਂ ਨੂੰ ਵੀ ਚਲਾਉਣ ਵਾਲਾ ਹੈ, ਜੋ ਪ੍ਰਕਾਸ਼ ਸਰੂਪ ਹੈ, ਉਸ ਪਰਮਾਤਮਾ ਨੂੰ ਮੇਰੀ ਨਮਸਕਾਰ ਹੈ। ਸੋ ਧਰਮੇ, ਸੋ ਕਹਿੰਦੇ ਨੇ ਸ੍ਰੇਸ਼ਟ ਜੋ ਧਰਮ, ਸ੍ਰੇਸ਼ਟ ਧਰਮ ਨੂੰ ਪੈਦਾ ਕਰਨ ਵਾਲਾ ਵੀ ਪਰਮਾਤਮਾ ਹੈ, ਸ੍ਰੇਸ਼ਟ ਧਰਮਾਂ ਦੇ ਪ੍ਰਕਾਸ਼ ਕਰਨ ਵਾਲਾ ਵੀ ਪਰਮਾਤਮਾ ਹੈ। ਨਮੋ ਰੋਗ ਹਰਤਾ, ਨਮੋ ਰੋਗ ਹਰਤਾ, ਕਾਮ ਆਦਿਕ ਰੋਗਾਂ ਨੂੰ ਜੋ ਹਰਨ ਵਾਲਾ ਹੈ, ਜੋ ਵਾਏ ਪਿੱਤ ਕਾਫ ਆਦਿਕ ਰੋਗ ਜੋ ਹੁੰਦੇ ਨੇ ਇਹਨਾਂ ਨੂੰ ਵੀ ਹਰਨ ਵਾਲਾ ਹੈ। ਹਉਮੈ ਦੀਰਘ ਰੋਗ ਹੈ, ਹਉਮੈ ਵਰਗੇ ਵੱਡੇ ਵੱਡੇ ਰੋਗਾਂ ਨੂੰ ਜੋ ਹਰਨ ਵਾਲਾ ਹੈ। ਨਮੋ ਰੋਗ ਹਰਤਾ, ਹਰਤਾ ਜੋ ਲੈਤਾ ਕਰਨ ਵਾਲਾ ਹੈ, ਜੋ ਨਾਸ਼ ਕਰਨ ਵਾਲਾ ਹੈ, ਜੋ ਸ਼ਿਵ ਜੀ ਦੀ ਵੀ ਲੈਤਾ ਕਰਨ ਵਾਲਾ ਹੈ, ਜੋ ਸ਼ਿਵ ਜੀ ਨੂੰ ਵੀ ਨਾਸ਼ ਕਰਨ ਵਾਲਾ ਹੈ। ਨਮੋ ਰੋਗ ਹਰਤਾ, ਔਖਦ ਆਏ ਰਾਸ ਵਿੱਚ ਆਪ ਖਲੋਇਆ। ਵੈਦਾ ਸੰਦਾ ਸੰਗ ਇਕੱਠਾ ਹੋਇਆ, ਔਖਦ ਆਏ ਰਾਸ ਵਿੱਚ ਆਪ ਖਲੋਇਆ। ਜੇ ਪਰਮਾਤਮਾ ਵਿੱਚ ਆਪ ਖਲੋ ਜਾਵੇ ਨਾ, ਇੱਕ ਸਵਾਦ ਦੀ ਚੁਟਕੀ ਵੀ ਅਸਰ ਕਰ ਜਾਂਦੀ ਹੈ। ਜੇ ਪਰਮਾਤਮਾ ਆਪ ਵਿੱਚ ਨਾ ਹੋਵੇ ਤਾਂ ਭਾਵੇਂ ਲੱਖਾਂ ਰੁਪਈਆ ਦਵਾਈਆਂ 'ਤੇ ਲਾ ਦਿਓ ਤਾਂ ਕੋਈ ਬਚਾ ਵੀ ਨਹੀਂ ਸਕਦਾ। ਜਿਹੜਾ ਰੋਗਾਂ ਨੂੰ ਹਰਨ ਵਾਲਾ ਹੈ, ਐਸੇ ਪਰਮਾਤਮਾ ਨੂੰ ਨਮਸਕਾਰ ਹੈ। ਨਮੋ ਰਾਗ ਰੂਪੇ, ਜਿਹੜਾ ਰਾਗਾਂ ਵਿੱਚ ਰਾਗ ਰੂਪ ਹੈ, ਰਾਗ ਕਹਿੰਦੇ ਨੇ ਪ੍ਰੇਮ ਨੂੰ, ਜਿਹੜਾ ਪ੍ਰੇਮਾਂ ਵਿੱਚ ਪ੍ਰੇਮ ਰੂਪ ਹੈ, ਜਿਹੜਾ ਨਿਰਮੋਹ ਹੈ, ਕਿਸੇ ਨਾਲ ਮੋਹ ਨਹੀਂ ਕਰਦਾ, ਜਿਹੜਾ ਸਾਰਿਆਂ ਨੂੰ ਪ੍ਰੇਮ ਕਰਨ ਵਾਲਾ ਹੈ, ਜਿਹਦੇ ਨਾਲ ਸਾਰੇ ਰੂਪੇ, ਸਾਰੇ ਜਿਹਦੇ ਰੂਪ ਨਾਲ ਪ੍ਰੇਮ ਕਰਦੇ ਨੇ। ਪਰਮਾਤਮਾ ਨਾਲ ਕੌਣ ਨਹੀਂ ਪ੍ਰੇਮ ਕਰਦਾ। ਐਸਾ ਸੁੰਦਰ ਸਰੂਪ ਕਲਗੀਧਰ ਪਿਤਾ ਦਾ, ਐਸਾ ਸੁੰਦਰ ਸਰੂਪ ਦਸਾਂ ਪਾਤਸ਼ਾਹੀਆਂ ਦਾ, ਅਕਾਲ ਪੁਰਖ ਦਾ ਐਸਾ ਸੁੰਦਰ ਸਰੂਪ ਜਿਹਦਾ ਗੁਰਬਾਣੀ ਵਿੱਚ ਵੀ ਜ਼ਿਕਰ ਆਉਂਦਾ ਹੈ। ਉਸ ਪਰਮਾਤਮਾ ਨਾਲ ਕੌਣ ਨਹੀਂ ਪ੍ਰੇਮ ਕਰਦਾ, ਸਾਰੇ ਪ੍ਰੇਮ ਕਰਦੇ ਨੇ। ਐਸੇ ਪਰਮਾਤਮਾ ਜੋ ਸਾਰਿਆਂ ਨਾਲ ਪ੍ਰੇਮ ਕਰਦਾ ਹੈ, ਉਸ ਨੂੰ ਨਮਸਕਾਰ ਹੈ। ਨਮੋ ਸਾਹਾ ਸਾਹੰ, ਜੋ ਸ਼ਾਹੂਕਾਰਾਂ ਦਾ ਵੀ ਸ਼ਾਹੂਕਾਰ ਹੈ। ਸਾਹ ਕਹਿੰਦੇ ਨੇ ਸਵਾਸਾਂ ਨੂੰ, ਜੋ ਸਵਾਸਾਂ ਵਿੱਚ ਸਵਾਸ ਰੂਪ ਹੈ। ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰੇ, ਹੇ ਸੱਚੇ ਪਾਤਸ਼ਾਹ ਜੀ ਉਹ ਤੂੰ ਮੇਰੇ ਪ੍ਰਾਣਾਂ ਦਾ ਆਸਰਾ ਹੈ। ਜੋ ਸ਼ਾਹਾਂ ਨੂੰ ਵੀ ਧਨ ਦੇਣ ਵਾਲਾ ਹੈ, ਜੋ ਨਾਮ ਰੂਪੀ ਧਨ ਦੇਣ ਵਾਲਾ ਹੈ। ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਕਾ ਧਨ ਹਰ ਨਾਮਾ। ਨਮੋ ਭੂਪ ਭੂਪੇ, ਜੋ ਰਾਜਿਆਂ ਦਾ ਰਾਜਾ ਰੂਪ ਹੈ, ਜੋ ਰਾਜਿਆਂ ਨੂੰ ਰਾਜਪੁਣਾ ਦੇਣ ਵਾਲਾ ਹੈ, ਜੋ ਰਾਜਿਆਂ ਨੂੰ ਰਾਜੇ ਬਣਾਉਣ ਵਾਲਾ ਹੈ, ਰਾਜ ਗੱਦੀਆਂ ਬਖਸ਼ਣ ਵਾਲਾ ਹੈ। ਐਸੇ ਪਰਮਾਤਮਾ ਨੂੰ ਨਮਸਕਾਰ ਹੈ, ਜੋ ਮਹਾਰਾਜਿਆਂ ਦਾ ਵੀ ਮਹਾਰਾਜ ਹੈ। ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ। ਐਸੇ ਪਰਮਾਤਮਾ ਨੂੰ ਨਮਸਕਾਰ ਹੈ। ਨਮੋ ਦਾਨ ਦਾਨੇ, ਜੋ ਦਾਨੀਆਂ ਨੂੰ ਦਾਨ ਦੇਣ ਵਾਲਾ ਹੈ, ਜੋ ਦਾਨ ਦੇਣ ਵਾਲਿਆਂ ਵਿੱਚ ਦਾਨ ਰੂਪ ਆਪ ਹੈ। ਜਿੰਨੇ ਦਾਨੀ ਨੇ, ਜੋ ਦਾਨ ਕਰਦੇ ਨੇ, ਉਹਨਾਂ ਨੂੰ ਦਾਨ ਦੇਣ ਵਾਲਾ ਪਰਮਾਤਮਾ ਹੈ। ਨਮੋ ਦਾਨ ਦਾਨੇ, ਦਾਨ ਗਿਆਤਿਆਂ ਵਿੱਚ ਜੋ ਸਿਆਣੇ ਦਾਨੇ ਨੇ, ਉਹਨਾਂ ਵਿੱਚ ਦਾਨੇ ਗਿਆਤਾ ਰੂਪ ਪਰਮਾਤਮਾ ਆਪ ਹੈ। ਭਾਵੇਂ ਜਿੰਨੇ ਮਰਜ਼ੀ ਗਿਆਨੀ ਹੋਣ, ਵਿਦਵਾਨ ਹੋਣ, ਉਹਨਾਂ ਨੂੰ ਸੋਝੀ ਦੇਣ ਵਾਲਾ, ਗਿਆਨ ਦੇਣ ਵਾਲਾ ਪਰਮਾਤਮਾ ਆਪ ਹੈ। ਨਮੋ ਦਾਨ ਦਾਨੇ, ਜੋ ਦਾਨ ਕਰਨ ਵਾਲੇ ਮਹਾਦਾਨ ਕਰਦੇ ਨੇ ਕਿ ਦਾਨੀ ਮਹਾਦਾਨ ਹੋ, ਅਕਾਲ ਉਸਤਤ ਵਿੱਚ ਆਉਂਦਾ ਹੈ। ਜੋ ਦਾਨੀਆਂ ਨੂੰ ਦਾਨ ਦੇਣ ਵਾਲਾ ਹੈ, ਜੋ ਬ੍ਰਹਮ ਦਾ ਦਾਨ ਦੇਣ ਵਾਲਾ ਹੈ, ਬ੍ਰਹਮ ਗਿਆਨ ਦੇਣ ਵਾਲਾ ਹੈ, ਜੋ ਚੇਤਨ ਕਲਾ ਦੇਣ ਵਾਲਾ ਹੈ, ਜੋ ਸਰੀਰ ਦਾ ਦਾਨ ਦੇਣ ਵਾਲਾ ਹੈ, ਜੋ ਨਾਮ ਦਾ ਦਾਨ ਦੇਣ ਵਾਲਾ ਹੈ। ਐਸੇ ਪਰਮਾਤਮਾ ਨੂੰ ਨਮਸਕਾਰ ਹੈ। ਨਮੋ ਮਾਨ ਮਾਨੇ, ਜੋ ਸਾਰਿਆਂ ਦੇ ਮੰਨਣ ਯੋਗ ਹੈ, ਜੋ ਮਾਨੀਆਂ ਵਿੱਚ ਮਾਨ ਰੂਪ ਹੈ, ਜੋ ਸਭ ਦੇ ਮੰਨਣ ਯੋਗ ਹੈ। ਆਪ ਸਭ ਨੂੰ ਮਾਣ ਦੇਣ ਵਾਲੇ ਹੋ, ਆਪ ਸਭ ਨੂੰ ਵਡਿਆਈ ਦੇਣ ਵਾਲੇ ਹੋ। ਜਿਵੇਂ ਖੱਟ ਪ੍ਰਮਾਣ ਵਿੱਚੋਂ ਪ੍ਰਤੱਖ, ਉਪਮਾਨ ਅਤੇ ਉਪਮੇਯ,
ਇਹ ਜੋ ਛੰਦ ਸ਼ਾਸਤਰ ਵਿੱਚ ਆਉਂਦਾ ਹੈ ਉਪਮਾਨ ਅਤੇ ਉਪਮੇਯ, ਜਿਵੇਂ ਕਿਸੇ ਦੀ ਉਪਮਾ ਕਿਸੇ ਹੋਰ ਨਾਲ ਕਰਨੀ ਹੋਵੇ ਨਾ ਕਿ ਫਲਾਣਾ ਇੰਨਾ ਸੋਹਣਾ ਹੈ ਕਿ ਚੰਦਰਮਾ ਵਰਗਾ ਉਸ ਦਾ ਚਿਹਰਾ ਹੈ, ਚੰਦ ਵਰਗਾ ਉਸ ਦਾ ਚਿਹਰਾ ਹੈ, ਇਸੇ ਤਰ੍ਹਾਂ ਇਹ ਪ੍ਰਮਾਣ ਦੇਣੇ। ਉਹ ਜੋ ਪਰਮਾਤਮਾ ਖੱਟ ਪ੍ਰਮਾਣਾਂ ਤੋਂ, ਜਿਵੇਂ ਅਨੁਮਾਨ ਪ੍ਰਮਾਣ, ਸ਼ਬਦ ਪ੍ਰਮਾਣ, ਅਰਥਾਪਤੀ ਪ੍ਰਮਾਣ, ਭਾਵ ਪ੍ਰਮਾਣ, ਤੇਜਕ ਪ੍ਰਮਾਣ, ਇਹਨਾਂ ਪ੍ਰਮਾਣਾਂ ਤੋਂ ਉਹ ਸਵੰਭਵ ਹੈ। ਭਾਵ ਕਿ ਪ੍ਰਮਾਣ ਦੇਣ ਵਾਲੇ ਤੁਸੀਂ ਆਪ ਹੀ ਹੋ, ਤੁਹਾਡਾ ਕੋਈ ਪ੍ਰਮਾਣ ਨਹੀਂ ਦੇ ਸਕਦਾ। ਅਰਥਾਂ ਕਰਕੇ, ਸ਼ਬਦਾਂ ਕਰਕੇ ਤੁਹਾਨੂੰ ਕੋਈ ਕਹਿ ਨਹੀਂ ਸਕਦਾ ਕਿ ਪਰਮਾਤਮਾ ਫਲਾਣੇ ਵਰਗਾ ਹੈ, ਜਾਂ ਪਰਮਾਤਮਾ ਸੂਰਜ ਵਰਗਾ ਹੈ, ਜਾਂ ਪਰਮਾਤਮਾ ਚੰਦਰਮਾ ਵਰਗਾ ਹੈ। ਮਹਾਰਾਜ ਇੱਦਾਂ ਪ੍ਰਮਾਣ ਦੇ ਕੇ ਆਪ ਨੂੰ ਕੋਈ ਸਿੱਧ ਨਹੀਂ ਕਰ ਸਕਦਾ। ਆਪ ਜੀ ਸਵੈੰਭਵ ਸਹਿਬੰ, ਆਪਣਾ ਪ੍ਰਮਾਣ ਆਪ ਹੀ ਦਿੰਦੇ ਹੋ। ਮਾਨਾਂ ਵਿੱਚੋਂ ਮਾਣ ਦੇਣ ਵਾਲੇ ਤੁਸੀਂ ਹੋ ਸੱਚੇ ਪਾਤਸ਼ਾਹ। ਨਮਸਕਾਰ ਹੈ। ਨਮੋ ਰੋਗ ਰੋਗੇ, ਰੋਗਾਂ ਆਦਿਕਾਂ ਦੇ ਵੀ ਰੋਗ ਰੂਪ ਆਪ ਹੀ ਹੋ। ਰੋਗਾਂ ਦੇ ਵੀ ਅੰਤ ਕਰਨ ਵਾਲੇ ਪਰਮਾਤਮਾ ਤੁਸੀਂ ਆਪ ਹੀ ਹੋ। ਹਉਮੈ ਦੀਰਘ ਰੋਗ ਹੈ, ਹਉਮੈ ਵਰਗੇ ਰੋਗਾਂ ਨੂੰ ਆਪ ਤੁਸੀਂ ਰੋਗ ਰੂਪ ਹੋ ਕੇ ਕੱਟਣ ਵਾਲੇ ਹੋ। ਨਮਸਤੰ ਇਸਨਾਨੰ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਉੱਠ ਇਸ਼ਨਾਨ ਕਰੋ ਪ੍ਰਭਾਤੇ। ਇਸੇ ਤਰ੍ਹਾਂ 4 ਪ੍ਰਕਾਰ ਦੇ ਜਿਹੜਾ ਇਸ਼ਨਾਨ ਹੁੰਦੇ ਨੇ। ਪਹਿਲੇ ਤੇ ਸਰੀਰਕ ਦਾ, ਤਨ ਦਾ ਇਸ਼ਨਾਨ ਕਰਨਾ, ਦੂਜਾ ਕੇਸੀ ਇਸ਼ਨਾਨ ਕਰਨਾ, ਤੀਜਾ ਸਾਨ ਕੱਪੜੀ ਇਸ਼ਨਾਨ ਕਰਨਾ, ਚੌਥਾ ਮਾਘ ਮੱਜਨ ਸੰਗ ਸਾਧੂਆ ਧੂੜੀ ਕਰ ਇਸ਼ਨਾਨ, ਤੱਪੜ ਝਾੜ ਵਿਛਾਏ ਧੂੜੀ ਨਹਾਇਆ, ਸਾਧ ਸੰਗਤ ਦੀ ਧੂੜ ਨਾਲ ਇਸ਼ਨਾਨ ਕਰਨਾ, ਅੰਤਰਗਤ ਤੀਰਥ ਮਲ ਨਹਾਓ। ਤੇਰੇ ਅੰਦਰ ਹੀ ਨਾਮ ਰੂਪ ਤੀਰਥ ਹੈ, ਉਹਦੇ ਨਾਲ ਤੂੰ ਨਹਾਉਣਾ ਕਰ, ਆਪਣੀ ਮਨ ਦੀ ਮੈਲ ਕੱਟਣਾ ਕਰ। ਜੋ ਰਾਗ ਦਵੈਖ ਮੇਟ ਕੇ ਨਿਰਮਲ ਸ਼ੁੱਧ ਹੋਣਾ, ਇਹ ਸਾਧ ਸੰਗਤ ਰੂਪੀ ਸਰੋਵਰ ਵਿੱਚ ਨਾਮ ਰੂਪੀ ਜਲ ਨਾਲ ਨਹਾ ਕੇ ਹੁੰਦਾ ਹੈ। ਜਦੋਂ ਸੰਗਤ ਰੂਪੀ ਸਰੋਵਰ ਵਿੱਚ ਨਾਮ ਰੂਪੀ ਜਲ ਨਾਲ ਇਸ਼ਨਾਨ ਕਰਦੇ ਹਨ ਤਾਂ ਰਾਖ ਦਵੈਖ ਸਾਰੇ ਹੀ ਮਿਟ ਜਾਂਦੇ ਨੇ। ਤੂੰ ਇਸ਼ਨਾਨੀਆਂ ਵਿੱਚ ਇਸ਼ਨਾਨ ਰੂਪ ਹੈ, ਜਿੰਨੇ ਇਸ਼ਨਾਨ ਨੇ ਸਾਰਿਆਂ ਦਾ ਤੂੰ ਇਸ਼ਨਾਨ ਰੂਪ ਹੈ। ਜਿਵੇਂ ਭਗਤ ਜੀ ਕਹਿੰਦੇ ਨੇ 42 ਲੱਖ ਜੀ ਜਲ ਮਹਿ ਹੋਤੇ, ਜਿਹੜੇ 42 ਲੱਖ ਜੀਵ ਜਲ ਵਿੱਚ ਨੇ ਉਹਨਾਂ ਦਾ ਵੀ ਤੂੰ ਇਸ਼ਨਾਨ ਰੂਪ ਹੈ। ਸੱਚੇ ਪਾਤਸ਼ਾਹ ਤੂੰ ਪਵਿੱਤਰ ਸ਼ੁੱਧ ਸਰੂਪ ਹੈ, ਤੇਰੇ ਤਾਈ ਨਮਸਕਾਰ ਹੈ। ਨਮੋ ਮੰਤਰ ਮੰਤਰੰ, ਮੰਤਰਾਂ ਵਿੱਚ ਮੰਤਰ ਰੂਪ ਹੈ। ਸਲਾਹਾਕਾਰਾਂ ਵਿੱਚ ਤੂੰ ਮੰਤਰੀ ਹੋ ਕੇ ਸਲਾਹ ਦਿੰਦਾ ਹੈ। ਸਲਾਹ ਦੇਣ ਵਾਲਿਆਂ ਵਿੱਚ ਤੂੰ ਸਲਾਹਕਾਰ ਹੈ, ਸਲਾਹ ਰੂਪ ਹੈ। ਮੰਤਰ ਕਹਿੰਦੇ ਨੇ ਸਲਾਹ ਦੇਣੀ, ਸਲਾਹਕਾਰਾਂ ਵਿੱਚ ਤੂੰ ਸਲਾਹ ਦੇਣ ਵਾਲਾ ਹੈ, ਸਲਾਹ ਰੂਪ ਹੈ। ਮੰਤਰਾਂ ਵਿੱਚੋਂ ਤੇਰਾ ਮੂਲ ਮੰਤਰ ਸ਼੍ਰੋਮਣੀ ਹੈ, ਇਸ ਤੋਂ ਵੱਡਾ ਕੋਈ ਦੁਨੀਆ 'ਤੇ ਮੰਤਰ ਨਹੀਂ ਹੋ ਸਕਦਾ। ਮਾਲਕ ਦਿਲਾਂ ਕਾ ਕਰੇ ਹਾਕ, ਜਦੋਂ ਆਦਮੀ ਬੁਰਾ ਕੰਮ ਕਰਨ ਲੱਗਦਾ ਹੈ ਨਾ ਤਾਂ ਉਸਦੇ ਅੰਦਰੋਂ ਆਵਾਜ਼ ਆਉਂਦੀ ਹੈ ਕਿ ਕੰਮ ਬੁਰਾ ਹੈ, ਨਾ ਕਰ, ਇਹਦਾ ਫਲ ਇਹ ਹੋਵੇਗਾ। ਅੰਦਰੋਂ ਆਵਾਜ਼ ਆਉਂਦੀ ਹੈ। ਮਾਲਕ ਦਿਲਾਂ ਕਾ ਕਰੇ ਹਾਕ, ਭਾਵ ਕਿ ਅੰਦਰੋਂ ਉਹ ਪਰਮਾਤਮਾ ਆਪ ਹਾਕ ਆਵਾਜ਼ ਮਾਰਦਾ ਹੈ। ਭਾਵ ਕਿ ਮਾੜਾ ਚੰਗਾ ਕਰਮ ਲੱਗਿਆ ਅੰਦਰੋਂ ਆਵਾਜ਼ ਆਉਂਦੀ ਹੈ, ਉਹ ਵੀ ਦੇਣ ਵਾਲਾ ਸੱਚੇ ਪਾਤਸ਼ਾਹ ਤੂੰ ਹੀ ਹੈ, ਤੇਰੇ ਤਾਈ ਨਮਸਕਾਰ ਹੈ। ਨਮੋ ਜੰਤਰ ਜੰਤਰੰ, ਜੋ ਕਾਗਜ਼ 'ਤੇ ਲਿਖ ਕੇ ਦਿੱਤੇ ਜਾਂਦੇ ਨੇ ਨਾ ਉਹਨਾਂ ਨੂੰ ਕਹਿੰਦੇ ਨੇ ਜੰਤਰ। ਜਿਵੇਂ ਅੱਜ ਕੱਲ੍ਹ ਸਿਆਣੇ ਕਰਦੇ ਨੇ, ਜਿਹੜੇ ਪਖੰਡੀ ਧਾਗਾ ਤਵੀਤ ਕਰਦੇ ਨੇ ਨਾ, ਜਿਹੜੇ ਕਾਗਜ਼ 'ਤੇ ਲਿਖ ਕੇ ਦਿੱਤੇ ਜਾਂਦੇ ਨੇ ਉਹਨਾਂ ਨੂੰ ਕਹਿੰਦੇ ਨੇ ਜੰਤਰ। ਸੱਚੇ ਪਾਤਸ਼ਾਹ ਜੀ ਤੂੰ ਜੰਤਰਾਂ ਵਿੱਚ ਅਤੇ ਜੰਤਰੀਆਂ ਵਿੱਚ ਜੰਤਰੀ ਰੂਪ ਹੈ, ਜੰਤਰਾਂ ਵਿੱਚ ਜੰਤਰ ਰੂਪ ਹੈ। ਭਾਵ ਕਿ ਤੇਰੇ ਮੂਲ ਮੰਤਰ ਤੋਂ ਵੱਡਾ ਕੋਈ ਮੰਤਰ ਨਹੀਂ, ਅਤੇ ਜੰਤਰ ਤੂੰ ਐਸਾ ਜੰਤਰ ਹੈ, ਜੰਤਰ ਤੋਂ ਵੱਡਾ ਕੋਈ ਜੰਤਰ ਨਹੀਂ। ਚਾਰੇ ਯੁੱਗਾਂ ਦਾ ਜੋ ਮੰਤਰ ਹੈ ਉਹਨਾਂ ਦਾ ਜਾਪ ਕਰੋ, ਸਾਰਾ ਜਾਪ ਇਕੱਠਾ ਕਰ ਲਓ, ਪਰ ਜੋ ਵਾਹਿਗੁਰੂ ਮੰਤਰ ਹੈ ਇਸ ਦੇ ਬਰਾਬਰ ਕੋਈ ਜੰਤਰ ਨਹੀਂ ਹੈ।
ਜੋ ਵਾਹਿਗੁਰੂ ਮੰਤਰ ਹੈ, ਜੋ ਮੂਲ ਮੰਤਰ ਹੈ, ਇਸ ਤੋਂ ਵੱਡਾ ਕੋਈ ਮੰਤਰ ਨਹੀਂ, ਮੂਲ ਮੰਤਰ ਤੋਂ ਵੱਡਾ, ਤੇ ਵਾਹਿਗੁਰੂ ਮੰਤਰ ਤੋਂ ਵੱਡਾ ਕੋਈ ਜੰਤਰ ਨਹੀਂ। ਜੋ ਵਾਜਿਆਂ ਵਿੱਚ ਚੇਤਨ ਸੱਤਾ ਰੂਪ ਤੂੰ ਜੰਤਰ ਵਜਾਉਣ ਵਾਲਾ ਹੈ, ਸੱਚੇ ਪਾਤਸ਼ਾਹ ਤੇਰੇ ਤਾਈ ਨਮਸਕਾਰ ਹੈ। ਨਮੋ ਇਸ਼ਟ ਇਸ਼ਟੇ। ਪਿਆਰਿਆਂ ਵਿੱਚ ਉਹ ਪਿਆਰਾ ਹੈ, ਇਸ਼ਟਾਂ ਵਿੱਚ ਉਹ ਆਪ ਇਸ਼ਟ ਹੈ। ਜਿਵੇਂ ਧਨ ਤੋਂ ਪਿਆਰਾ ਪੁੱਤਰ ਹੁੰਦਾ ਹੈ, ਪੁੱਤਰ ਤੋਂ ਪਿਆਰਾ ਸਰੀਰ ਹੁੰਦਾ ਹੈ, ਸਰੀਰ ਤੋਂ ਪਿਆਰੇ ਆਪਣੇ ਪ੍ਰਾਣ ਹੁੰਦੇ ਨੇ, ਤੇ ਪ੍ਰਾਣਾਂ ਤੋਂ ਵੀ ਪਿਆਰਾ ਉਹ ਪਰਮਾਤਮਾ ਹੈ, ਉਹ ਸਰੂਪ ਹੈ, ਜੋ ਉਸ ਨੂੰ ਨਮਸਕਾਰ ਹੈ। ਨਮੋ ਤੰਤਰ ਤੰਤਰੰ। ਤੰਤਰੰਗ 3-4 ਔਸ਼ਧੀਆਂ ਨੂੰ ਮਿਲਾ ਕੇ ਇਕੱਠਾ ਕਰਕੇ ਤੰਤਰਾਂ ਵਿੱਚ ਤੰਤਰ ਰੂਪ ਹੈ। ਤੰਤਰ ਕਹਿੰਦੇ ਨੇ ਸ਼ਾਸਤਰਾਂ ਵਿੱਚ ਸ਼ਾਸਤਰ ਰੂਪ ਹੈ। ਸੱਚੇ ਪਾਤਸ਼ਾਹ ਜੀ ਔਸ਼ਧੀਆਂ ਵਿੱਚ ਔਸ਼ਧ ਰੂਪ ਹੈ, ਜੋ ਤੱਤਾਂ ਦੇ ਸਿਧਾਂਤ ਵਾਲਿਆਂ ਨੂੰ ਤੂੰ ਸਿਧਾਂਤ ਦੇਣ ਵਾਲਾ ਹੈ। ਭਾਵ ਕਿ ਤੂੰ ਸਾਰਿਆਂ ਵਿੱਚ ਚੇਤਨ ਸੱਤਾ ਵੀ ਪਾਉਣ ਵਾਲਾ ਹੈ। ਜਿੰਨੇ ਵੀ ਤੱਤ ਨੇ ਸਾਰਿਆਂ ਦੀ ਕਿਰਿਆ ਕਰਾਉਣ ਵਾਲਾ ਵੀ ਤੂੰ ਹੀ ਹੈ। ਰਜੋ ਤਮੋ ਸਤੋ ਤੰਤਰ ਨੂੰ ਰਲਾ ਕੇ ਇਸ ਦਾ ਪ੍ਰਕਾਸ਼ਕ ਹੈ, ਸਾਰਿਆਂ ਨੂੰ ਪ੍ਰਕਾਸ਼ ਦੇਣ ਵਾਲਾ ਤੂੰ ਹੀ ਹੈ। ਹੁਣ ਜਿਵੇਂ ਕਿਸੇ ਕੰਪਨੀ ਨੇ ਗੱਡੀ ਬਣਾਈ, ਗੱਡੀ ਬਣਾ ਕੇ ਖੜੀ ਕਰ ਦਿੱਤੀ, ਜਦੋਂ ਤੱਕ ਉਸ ਵਿੱਚ ਪੈਟਰੋਲ ਜਾਂ ਡੀਜ਼ਲ ਨਹੀਂ ਪਾਉਂਦੇ ਉਦੋਂ ਤੱਕ ਗੱਡੀ ਉਹ ਚੱਲਣੀ ਨਹੀਂ। ਐਸੇ ਤਰ੍ਹਾਂ ਭਾਵੇਂ ਆਪਾਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ ਕਿ ਅਸੀਂ ਆਪ ਸਭ ਕੁਝ ਕਰ ਸਕਦੇ ਹਾਂ, ਪਰ ਇਹ ਸਰੀਰ ਜਦੋਂ ਤੱਕ ਪਰਮਾਤਮਾ ਆਪਣੀ ਚੇਤਨ ਸੱਤਾ ਇਸ ਸਰੀਰ ਦੇ ਵਿੱਚ ਨਹੀਂ ਪਾਉਂਦਾ, ਪ੍ਰਕਾਸ਼ ਨਹੀਂ ਕਰਦਾ ਇਸ ਸਰੀਰ ਨੂੰ, ਉਦੋਂ ਤੱਕ ਇਹ ਸਰੀਰ ਚੱਲ ਨਹੀਂ ਸਕਦਾ। ਬਿਨਾਂ ਉਹਦੀ ਚੇਤਨ ਸੱਤਾ ਤੋਂ ਇਹ ਸਰੀਰ ਮਿੱਟੀ ਦੀ ਢੇਰੀ ਹੈ। ਐਸੇ ਤਰ੍ਹਾਂ ਹੈ ਪ੍ਰਕਾਸ਼ਕ ਵਾਹਿਗੁਰੂ ਤੇਰੇ ਤਾਈ ਨਮਸਕਾਰ ਹੈ। ਸਦਾ ਸਚ ਦਾ ਆਨੰਦ। ਸਦਾ ਹਮੇਸ਼ਾ ਹੀ ਸੱਚ ਦਾ ਆਨੰਦ, ਜੋ ਸਤ ਸਰੂਪ ਹੈ, ਜੋ ਆਨੰਦ ਸਰੂਪ ਹੈ, ਜੋ ਜੜ ਨੇ ਜੜ ਚੀਜ਼ਾਂ ਵਿੱਚ ਸਤ ਸਰੂਪ ਹੈ, ਤੇ ਜੰਗਮਾਂ ਵਿੱਚ ਚੇਤਨ ਸਰੂਪ ਹੈ, ਤੱਤਾ ਆ ਤਤ ਆਦਿਕ ਦੇਵਤਿਆਂ ਵਿੱਚ ਵੀ ਆਨੰਦ ਸਰੂਪ ਹੈ। ਨਮਸਕਾਰ ਹੈ ਤੈਨੂੰ। ਸਰਬੰ ਪਰਨਾਸੀ। ਵਿਸ਼ੇਸ਼ ਕਰਕੇ ਪ੍ਰ ਕਹਿੰਦੇ ਨੇ, ਵਿਸ਼ੇਸ਼ ਕਰਕੇ ਨਾਸੀ, ਸਾਰਿਆਂ ਨੂੰ ਜੋ ਨਾਸ਼ ਕਰਨ ਵਾਲਾ ਹੈ, ਮਾਈ ਕੀ ਰਚਨਾ ਨੂੰ ਨਾਸ਼ ਕਰਨ ਵਾਲਾ ਹੈ, ਸਾਰਿਆਂ ਦਾ ਜੋ ਲਹਿਤਾ ਕਰਨ ਵਾਲਾ ਪਰਮਾਤਮਾ ਹੈ। ਅਨੂਪੇ ਅਰੂਪੇ। ਅਨੂਪਮਾ ਤੋਂ ਉਪਮਾ ਤੋਂ ਰਹਿਤ ਹੈ। ਜੇ ਆਕਾਸ਼ ਜੜ ਹੈ, ਚੰਦਰਮਾ ਕਲੰਕੀ ਵੱਧਦਾ ਘਟਦਾ ਰਹਿੰਦਾ ਹੈ, ਸੂਰਜ ਰਾਤ ਨੂੰ ਨਹੀਂ ਹੁੰਦਾ, ਕਵੀਆਂ ਨੂੰ ਦੁਖਦਾਈ ਹੁੰਦਾ ਹੈ। ਜੇ ਸੂਰਜ ਦੇ ਨਾਲ ਉਹਦੀ ਉਪਮਾ ਕਰੀਏ ਕਿ ਪਰਮਾਤਮਾ ਸੂਰਜ ਵਰਗਾ ਹੈ, ਤਾਂ ਸੂਰਜ ਰਾਤ ਨੂੰ ਨਹੀਂ ਚੜ੍ਹਦਾ। ਜੇ ਚੰਦਰਮਾ ਦੇ ਸੁਦਾਰਸ਼ ਉਹਦੀ ਉਪਮਾ ਕਰੀਏ ਕਿ ਪਰਮਾਤਮਾ ਚੰਦਰਮਾ ਵਰਗਾ ਹੈ, ਤਾਂ ਚੰਦਰਮਾ ਕਲੰਕੀ ਹੈ, ਕਦੇ ਮੱਸਿਆ ਨੂੰ ਖਤਮੇ ਹੋ ਜਾਂਦਾ ਹੈ ਅਤੇ ਕਦੇ ਪੂਰਨਮਾਸ਼ੀ ਨੂੰ ਪੂਰਾ ਹੋ ਜਾਂਦਾ ਹੈ। ਇੱਕ ਰਸ ਨਹੀਂ ਰਹਿੰਦਾ, ਘਟਦਾ ਵੱਧਦਾ ਹੈ। ਪਰਮਾਤਮਾ ਦੀ ਤੁਲਨਾ ਕਿਸੇ ਨਾਲ ਆਪਾਂ ਕਰ ਨਹੀਂ ਸਕਦੇ। ਅਨੂਪੇ ਉਪਮਾ ਤੋਂ ਰਹਿਤ ਹੈ। ਅਰੂਪੇ ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਹ ਗੁਣ ਤੇ ਪ੍ਰਭ ਭਿੰਨ, ਸਗੋਂ ਸਾਰਿਆਂ ਰੂਪਾਂ ਵਿੱਚ ਆਪ ਪਰਮਾਤਮਾ ਆਇਆ ਹੋਇਆ ਹੈ। ਸਮਸਤੁਲ ਨਿਵਾਸੀ। ਸੰਪੂਰਨ ਸਮਸਤੁਲ ਕਹਿੰਦੇ ਸੰਪੂਰਨ ਸਾਰਿਆਂ ਵਿੱਚ ਨਿਵਾਸੀ ਨਿਵਾਸ ਕਰਦਾ ਹੈ। ਇਸ 2 ਸ਼ਬਦਾਂ ਤੋਂ ਬਣਿਆ ਹੈ ਸਮਸਤ ਉਲ, ਫਾਰਸੀ ਦੇ ਸ਼ਬਦ ਨੇ। ਸੰਪੂਰਨ ਵਿੱਚ ਨਿਵਾਸ ਕਰਦਾ ਹੈ, ਸਭ ਨੂੰ ਨਿਵਾਸ ਦੇਣ ਵਾਲੇ ਹੋ ਆਪ। ਸਦਾ ਸਿੱਧ ਦਾ। ਸਦਾ ਸਿੱਧੀਆਂ ਦਾ ਦੇਣ ਵਾਲਾ, ਕਲਿਆਣ ਕਰਨ ਵਾਲਾ, ਸਦਾ ਸਦਾ ਰਹਿਣ ਵਾਲਾ, ਮੁਕਤ ਕਰਨ ਵਾਲਾ, ਬੁੱਧ ਦਾ ਬ੍ਰਿਧ ਕਰਤਾ। ਬੁੱਧੀ ਨੂੰ ਗਿਆਨ ਦੇਣ ਵਾਲਾ, ਸ਼ਾਸਤਰ ਗਿਆਨ ਦੀ ਬੁੱਧੀ ਦੇਣ ਵਾਲਾ। ਉਹ ਗਿਆਨ ਦੇਣ ਵਾਲਾ ਉਹੀ ਹੈ। ਬੁੱਧੀ ਨੂੰ ਪ੍ਰਕਾਸ਼ ਕਰਨ ਵਾਲਾ ਉਹ ਪਰਮਾਤਮਾ ਹੈ। ਅਦੋ ਉਰਧ ਅਰਧੰ। ਬ੍ਰਿਧ ਕਰਤਾ, ਬੁੱਧੀ ਵਿੱਚ ਵਾਧਾ ਕਰਨ ਵਾਲਾ ਵੀ ਉਹੀ ਹੈ। ਬ੍ਰਿਧ ਕਹਿੰਦੇ ਨੇ ਵਾਧਾ ਕਰਨ ਨੂੰ। ਸਾਰਿਆਂ ਦੀ ਬ੍ਰਿਧ ਅਵਸਥਾ ਕਰਨ ਵਾਲਾ ਵੀ ਉਹੀ ਹੈ। ਸਾਰਿਆਂ 'ਤੇ ਬੁਢੇਪਾ ਲਿਆਉਣ ਵਾਲਾ ਵੀ ਉਹੀ ਹੈ। ਇੱਦਾਂ ਨਹੀਂ ਕੋਈ ਕਹਿ ਸਕਦਾ ਕਿ ਅਸੀਂ ਜਵਾਨ ਰਹਾਂਗੇ। ਅੱਜ ਕੱਲ੍ਹ 60-70 ਸਾਲ ਦੇ ਬੁੜੇ ਵੀ ਦਾੜੀ ਰੰਗ ਕਾਲਾ ਕਰਕੇ ਕਹਿੰਦੇ ਅਸੀਂ ਜਵਾਨ ਹਾਂ। ਉਹ ਤੁਸੀਂ ਜਵਾਨ ਤਾਂ ਤੁਸੀਂ ਦਾੜੀ ਕਾਲੀ ਕਰਕੇ ਕਹਿ ਦੋਗੇ ਅਸੀਂ ਜਵਾਨ ਹਾਂ, ਪਰ ਜਿਹੜਾ ਗੋਡਿਆਂ 'ਤੇ ਤੁਰ ਨਹੀਂ ਹੁੰਦਾ, ਮੂੰਹ ਵਿੱਚ ਦੰਦ ਨਹੀਂ ਹੈ, ਉਹ ਕਿਵੇਂ ਤੁਸੀਂ ਛੁਪਾ ਲਓਗੇ? ਉਹ ਸਾਰਿਆਂ ਨੂੰ ਬਿਰਧ ਕਰਨ ਵਾਲਾ ਹੈ। ਐਦਾਂ ਕੋਈ ਦਾਅਵਾ ਨਹੀਂ ਕਰ ਸਕਦਾ ਕਿ ਅਸੀਂ ਜਵਾਨ ਰਹਾਂਗੇ ਜਾਂ ਅਸੀਂ ਬੱਚੇ ਹੀ ਰਹਾਂਗੇ।
ਸਾਰਿਆਂ ਨੂੰ ਬ੍ਰਿਧ ਅਵਸਥਾ ਦੇਣ ਵਾਲਾ ਉਹ ਪਰਮਾਤਮਾ ਹੈ। ਰਿੱਧੀਆਂ ਸਿੱਧੀਆਂ ਵਿੱਚ ਵਾਧਾ ਕਰਨ ਵਾਲਾ ਵੀ ਪਰਮਾਤਮਾ ਹੈ। ਅਦੋ ਅਰਧੰ ਉਹ ਸਾਰੀ ਸ੍ਰਿਸ਼ਟੀ ਦਾ ਕਰਨ ਵਾਲਾ ਹੈ, ਬ੍ਰਿਧ ਕਰਤਾ। ਬ੍ਰਿਧ ਕਹਿੰਦੇ ਨੇ ਜੋ ਪੁਰਾਣਾ ਹੁੰਦਾ ਹੈ, ਮਾਇਆ ਤੋਂ ਵੀ ਪੁਰਾਣਾ ਹੈ, ਸਾਰੀ ਸ੍ਰਿਸ਼ਟੀ ਦਾ ਕਰਨ ਵਾਲਾ ਕਰਤਾ ਹੈ। ਅਦੋ ਅਰਧੰ ਅਦੋ ਕਹਿੰਦੇ ਨੇ ਪਤਾਲ ਨੂੰ, ਤੇ ਉਰਧ ਕਹਿੰਦੇ ਨੇ ਸਵਰਗ ਲੋਕ, ਅਰਧ ਕਹਿੰਦੇ ਨੇ ਅਰਧੰ ਮਾਤ ਲੋਕ। ਉਰਧ ਜੋ ਉੱਤਮ ਅਧਿਕਾਰੀ ਨੇ, ਅਰਧੰ ਜੋ ਮੱਧਮ ਨੇ, ਅਦੋ ਜੋ ਕਨਿਸ਼ਟ ਨੇ, ਸਾਰਿਆਂ ਵਿੱਚ ਵਿਆਪਕ ਹੈ। ਭਾਵੇਂ ਕੋਈ ਉੱਚਾ ਨੀਵਾਂ ਮੱਧਮ ਹੈ, ਸਾਰਿਆਂ ਵਿੱਚ ਤੂੰ ਪਰਮਾਤਮਾ ਵਿਆਪਕ ਹੈ। ਅਗੰ ਓਗ ਹਰਤਾ ਆਗੰ ਕਹਿੰਦੇ ਨੇ ਪਾਪਾਂ ਨੂੰ, ਓਗ ਕਹਿੰਦੇ ਨੇ ਸਮੂਹ। ਜਿਹੜਾ ਸਮੂਹ ਪਾਪਾਂ ਨੂੰ ਨਾਸ਼ ਕਰਨ ਵਾਲਾ ਹੈ, ਉਸ ਨੂੰ ਤੁਸੀਂ ਹਰਨ ਵਾਲੇ ਹੋ, ਨਾਸ਼ ਕਰਨ ਵਾਲੇ ਹੋ। ਪਰਮ ਪਰਮੇਸ਼ਰੰ ਉਹ ਪਰਮ ਸਰੂਪ ਹੈ, ਮੁਕਤ ਸਰੂਪ ਹੈ, ਪਰਮ ਮਹਾਨ ਹੈ, ਵੱਡਾ ਹੈ। ਜਿਵੇਂ ਜੀਵਾਂ ਤੋਂ ਪਰੇ ਪਿੱਤਰ ਹੁੰਦੇ ਨੇ, ਪਿੱਤਰਾਂ ਤੋਂ ਪਰੇ ਦੇਵਤੇ ਹੁੰਦੇ ਨੇ, ਉਹਨਾਂ ਤੋਂ ਪਰੇ ਇੰਦਰ ਹੁੰਦਾ ਹੈ, ਇੰਦਰਾਂ ਤੋਂ ਪਰੇ ਬ੍ਰਹਸਪਤ ਹੁੰਦਾ ਹੈ, ਉਸ ਤੋਂ ਪਰੇ ਪ੍ਰਜਾਪਤ ਹੁੰਦਾ ਹੈ, ਉਸ ਤੋਂ ਪਰੇ ਬ੍ਰਹਮਾਦਿਕ ਜੋ ਨੇ ਬ੍ਰਹਮਾ ਨੇ। ਇਹਨਾਂ ਤੋਂ ਵੀ ਵੱਡਾ ਤੂੰ ਮਹਾਨ ਹੈ, ਇਹਨਾਂ ਤੋਂ ਵੀ ਪਰਮ ਹੈ, ਇਹਨਾਂ ਦਾ ਵੀ ਸੁਆਮੀ ਹੈ, ਇਹਨਾਂ ਨੂੰ ਵੀ ਵਡਿਆਈ ਦੇਣ ਵਾਲਾ ਹੈ। ਪਰਮ ਕਹਿੰਦੇ ਨੇ ਐਸਵਰਜ, ਵਿਭੂਤੀ ਦਾ ਮਾਲਕ ਹੈ। ਜੋ ਪੰਜ ਈਸ਼ਰ ਮੰਨੇ ਗਏ ਨੇ, ਗਣੇਸ਼, ਸ਼ਕਤੀ, ਵਿਸ਼ਨੂੰ, ਸ਼ਿਵ ਜੀ, ਸੂਰਜ, ਇਹਨਾਂ ਪੰਜਾਂ ਤੋਂ ਤੂੰ ਵੱਡਾ ਹੈ, ਤੂੰ ਮਾਇਆ ਤੋਂ ਵੱਡਾ ਹੈ। ਜਿਹੜੀਆਂ ਅਵਸਥਾਵਾਂ ਹੁੰਦੀਆਂ ਨੇ, ਵਿਰਾਟ, ਹਿਰਨ ਗਰਭ, ਅਭਿਆਕ੍ਰਿਤ, ਇਹਨਾਂ ਤੋਂ ਵੀ ਤੂੰ ਪਰਮਾਤਮਾ ਵੱਡਾ ਹੈ। ਪਰੋਸ਼ ਪਾਲੰ ਪ੍ਰੋਸ਼ ਪਾਲੰ, ਪ੍ਰੋਸ਼ ਕਹਿੰਦੇ ਨੇ ਗੁਪਤ ਹੋ ਕੇ, ਗੁਪਤ ਹੋ ਕੇ ਸਭ ਦੀ ਪ੍ਰਤਪਾਲਣਾ ਕਰੀ ਜਾਂਦਾ ਹੈ। ਸਦਾ ਸਰਬਦਾ ਸਦਾ ਸਰਬਦਾ, ਸਦਾ ਹੀ ਪ੍ਰਗਟ ਰੂਪ ਹੈ, ਸਾਰਿਆਂ ਸਮਿਆਂ ਵਿੱਚ ਹੀ ਸਦਾ। ਸਿੱਧ ਦਾਤਾ ਦਇਆਲੰ ਸਦਾ ਸਰਬਦਾ ਸਿੱਧ, ਇੱਥੇ ਵਿਸ਼ਰਾਮ ਲੱਗਦਾ ਹੈ। ਸਦਾ ਸਰਬਦਾ ਸਿੱਧ ਦਾਤਾ ਦਿਆਲੰ, ਸਦਾ ਸਰਬਦਾ, ਸਦਾ ਹੀ ਸਾਰਿਆਂ ਸਮਿਆਂ ਵਿੱਚ ਤੂੰ ਸਿੱਧ ਪ੍ਰਗਟ ਰੂਪ ਹੈ, ਪ੍ਰਾਪਤ ਰੂਪ ਹੈ। ਦਾਤਾ ਦਿਆਲੰ, ਦਾਤਿਆਂ ਦੇ ਦਾਨ ਦੇਣ ਵਾਲਾ ਤੂੰ ਦਿਆਲੂ ਹੈ, ਸਾਰੇ ਸਮਿਆਂ ਵਿੱਚ ਤੂੰ ਦਾਤਾਂ ਦਿੰਦਾ ਹੈ। ਰਿੱਧੀਆਂ ਸਿੱਧੀਆਂ ਦੀ ਦਾਤਾ ਦੇਣ ਵਾਲਾ ਤੂੰ ਹੈ, ਮੁਕਤੀ ਦੇਣ ਵਾਲਾ ਤੂੰ ਹੈ। ਅਛੇਦੀ ਅਭੇਦੀ ਸ਼ਾਸਤਰਾਂ ਨਾਲ ਅਛੇਦੀ ਕੱਟਿਆ ਨਹੀਂ ਜਾਂਦਾ, ਭੇਦੀ ਭੇਦ ਪਾਉਣ ਤੋਂ ਰਹਿਤ ਹੈ, ਭੇਦ ਦੀ ਨੀਤੀ ਨਾਲ ਤੂੰ ਵਸ ਨਹੀਂ ਆਉਂਦਾ। ਅਨਾਮੰ ਅਕਾਮੰ ਨਾਮ ਤੋਂ ਰਹਿਤ ਹੈ, ਰੋਗਾਂ ਤੋਂ ਰਹਿਤ ਹੈ, ਆਮ ਖਾਸ ਪ੍ਰਪੰਚਾਂ ਤੋਂ ਰਹਿਤ ਹੈ, ਅਕਾਮੰ ਕਾਮਨਾ ਤੋਂ ਰਹਿਤ ਹੈ। ਸਮਸਤੂ ਪਰਾਜੀ ਸਾਰਿਆਂ ਨੂੰ ਤੂੰ ਪੈਦਾ ਕਰਨ ਵਾਲਾ ਹੈ, ਉਤਪੰਨ ਕਰਨ ਵਾਲਾ ਹੈ। ਸਮਸਤ ਧਾਮੰ ਸਾਰਿਆਂ ਦਾ ਘਰ ਰੂਪ ਅਸਤ ਹੈ, ਸਾਰਿਆਂ ਦੇ ਹਿਰਦੇ ਰੂਪ ਘਰ ਵਿੱਚ ਤੂੰ ਨਿਵਾਸ ਕਰਦਾ ਹੈ। ਕਰ ਆਸਨ ਡਿਠੋ ਚਾਓ, ਤੇਰਾ ਜੋਰ ਚਾਤਰੀ ਛੰਦ। ਹੁਣ ਚਾਚਰੀ ਛੰਦ, ਚਾਚਰੀ ਦਾ ਪਹਿਲੇ ਆਪਾਂ ਨੇ ਅਰਥ ਸੁਣਿਆ ਸੀ। ਚਾਚਰੀ ਦਾ ਅਰਥ ਕਿਰਪਾਨ, ਜਿਸ ਦੀ ਕਿਰਪਾ ਰੂਪੀ ਕਿਰਪਾਨ ਕੱਟਣ ਵਾਲੀ ਹੈ। ਚਾਚਰੀ ਦਾ ਅਰਥ ਜਿਵੇਂ ਹੋਲੀ ਖੇਡੀ ਦੀ ਹੈ, ਚਾਚਰੀ ਦਾ ਅਰਥ ਜਿਵੇਂ ਬਿਜਲੀ ਹੁੰਦੀ ਹੈ। ਇਸ ਤਰ੍ਹਾਂ ਚੰਚਲ ਛੰਦ ਦੀ ਚਾਲ ਹੈ। ਤੇਰਾ ਜੋਰ ਚਾਚਰੀ ਛੰਦ, ਹੇ ਵਾਹਿਗੁਰੂ ਤੇਰੇ ਬਲ ਕਰਕੇ, ਤੇਰੀ ਮਿਹਰ ਨਾਲ ਕਹਿੰਦੇ ਹਾਂ ਕਿ ਤੇਰੀ ਮਿਹਰ ਨਾਲ ਜੁੜਦੇ ਹਾਂ। ਤੇਰਾ ਬਲ ਹੀ ਪ੍ਰਾਪਤ ਹੈ ਉਹਨਾਂ ਨੂੰ, ਸਾਰੇ ਤੇਰੇ ਜ਼ੋਰ ਨਾਲ ਜੁੜਦੇ ਨੇ ਅਤੇ ਤੇਰੀ ਮਿਹਰ ਨਾਲ ਸਾਰਿਆਂ ਨੂੰ ਬਲ ਪ੍ਰਾਪਤ ਹੁੰਦਾ ਹੈ। ਵਾਹ ਤੇਰੇ ਜ਼ੋਰ ਕਰਕੇ, ਜੋ ਤੂੰ ਮੈਨੂੰ ਜ਼ੋਰ ਬਖਸ਼ਿਆ ਹੈ, ਜੋ ਤੇਰੇ ਸਦਕੇ ਹੀ, ਤੇਰੇ ਜ਼ੋਰ ਕਰਕੇ ਹੀ ਇਹ ਚਾਚਰੀ ਛੰਦ ਲਿਖਦਾ ਹਾਂ। ਜਲੇ ਹੈ ਉਹ ਪਰਮਾਤਮਾ ਜਲ ਵਿੱਚ ਵੀ ਹੈ, ਜਲ ਸਰੂਪ ਹੈ, ਜਲ ਆਦਿ ਵਿੱਚ ਆਪ ਰੂਪ ਹੋ ਕੇ ਵਰਤਿਆ ਹੈ। ਜੋ ਉੱਤਮ ਅਧਿਕਾਰੀ ਨੇ, ਜੋ ਪ੍ਰੇਮ ਰੂਪ ਜਲ ਹੈ, ਉਹਨਾਂ ਦੇ ਹਿਰਦਿਆਂ ਵਿੱਚ ਵੀ ਤੂੰ ਪ੍ਰੇਮ ਰੂਪ ਹੋ ਕੇ ਵਸਦਾ ਹੈ। ਜਲਾਂ ਵਿੱਚ ਵੀ ਤੂੰ ਦ੍ਰਵਤਾ ਰੂਪ ਹੋ ਕੇ ਵਸਦਾ ਹੈ। ਭਲੇ ਹੈ ਮਾਰੂਥਲਾਂ ਵਿੱਚ ਵੀ, ਜਿੱਥੇ ਜੋ ਖੁਸ਼ਕ ਇਲਾਕੇ ਨੇ, ਉਹਨਾਂ ਵਿੱਚ ਵੀ ਤੂੰ ਆਪ ਹੈ। ਇਹਨਾਂ ਦਾ ਆਸਰਾ ਵੀ ਤੂੰ ਹੈ ਵਾਹਿਗੁਰੂ ਆਪ ਹੈ। ਜੋ ਮੱਧਮ ਅਧਿਕਾਰੀ ਨੇ, ਉਹਨਾਂ ਵਿੱਚ ਵੀ ਤੂੰ ਆਪ ਹੈ। ਜੋ ਕਾਮਨਾ ਰੱਖਦੇ ਨੇ, ਤੇਰੀ ਪ੍ਰਾਪਤੀ ਵੀ ਚਾਹੁੰਦੇ ਨੇ ਅਤੇ ਇੱਛਾਵਾਂ ਵੀ ਰੱਖਦੇ ਨੇ,
ਉਹਨਾਂ ਦੀ ਕਾਮਨਾ ਪੂਰੀ ਕਰਨ ਵਾਲਾ ਵੀ ਤੂੰ ਹੀ ਹੈ ਤੇ ਉਹਨਾਂ ਨੂੰ ਆਸਰਾ ਦੇਣ ਵਾਲਾ ਵੀ ਤੂੰ ਹੀ ਹੈ। ਅਭੀਤ ਹੈ, ਅਭੀਤ ਹੈ, ਭੈ ਤੋਂ ਰਹਿਤ ਹੈ, ਸਰੀਰਾਂ ਤੋਂ ਰਹਿਤ ਹੈ, ਅਚਰਜ ਰੂਪ ਹੈ, ਹਿਰਦਿਆਂ ਵਿੱਚ ਵੀ ਤੂੰ ਹੀ ਹੈ। ਅਭੇ ਹੈ, ਭੇਦ ਤੋਂ ਰਹਿਤ ਹੈ, ਉਹਦਾ ਕੋਈ ਭੇਦ ਨਹੀਂ ਪਾ ਸਕਦਾ। ਪ੍ਰਭੂ ਹੈ, ਸਾਰਿਆਂ ਦਾ ਰੱਖਕ ਹੈ, ਸਮਰੱਥ ਹੈ, ਸੁਆਮੀ ਹੈ। ਜਿਹੜੇ ਤੱਤ ਨੇ ਇਹਨਾਂ ਤੱਤਾਂ ਦਾ ਵੀ ਪਰਾ ਰੂਪ ਹੈ, ਇਹਨਾਂ ਤੋਂ ਵੀ ਪਰੇ ਹੈ, ਪ੍ਰਭੂ ਹੈ। ਪਰ ਕਹਿੰਦੇ ਨੇ ਉਤਕ੍ਰਿਸ਼ਟ ਨੂੰ ਜੋ ਭੂਮਾ ਰੂਪ ਬ੍ਰਹਮ ਹੈ ਉਹ ਪ੍ਰਭੂ ਹੈ, ਸਰਬ ਵਿਆਪਕ ਹੈ। ਅਜੂ ਹੈ, ਅਜੂ ਹੈ, ਜਗ੍ਹਾ ਤੋਂ ਰਹਿਤ ਹੈ, ਜੁਨਾ ਤੋਂ ਰਹਿਤ ਹੈ, ਹੱਦ ਤੋਂ ਰਹਿਤ ਹੈ, ਵਿਆਪਕ ਸਾਰੇ ਹੈ, ਅਜੂ ਹੈ। ਉਹ ਜੂਨੀਆਂ ਵਿੱਚ ਨਹੀਂ ਆਉਂਦਾ, ਅਜੂਨੀ ਹੈ। ਆਦੇਸ਼ ਹੈ, ਆਦੇਸ਼ ਹੈ, ਜਿਵੇਂ ਦੇਸ਼ ਹੁੰਦੇ ਨੇ ਨਾ, ਜਿਵੇਂ ਮਾਝਾ ਮਾਲਵਾ ਆਦਿਕ ਦੇਸ਼ ਹੋ ਗਏ, ਪਰਮਾਤਮਾ ਦਾ ਕੋਈ ਦੇਸ਼ ਨਹੀਂ ਹੈ। ਆਪਾਂ ਇਹ ਨਹੀਂ ਕਹਿ ਸਕਦੇ ਕਿ ਪਰਮਾਤਮਾ ਅਮਰੀਕਾ ਰਹਿੰਦਾ ਹੈ, ਪਰਮਾਤਮਾ ਇੰਗਲੈਂਡ ਕਨੇਡਾ ਜਾਂ ਪੰਜਾਬ ਰਹਿੰਦਾ ਹੈ। ਪਰਮਾਤਮਾ ਦਾ ਕੋਈ ਦੇਸ਼ ਨਹੀਂ ਹੈ। ਦੇਸ਼ ਕਹਿੰਦੇ ਨੇ ਅੰਗਾਂ ਨੂੰ, ਉਹ ਅੰਗਾਂ ਤੋਂ ਰਹਿਤ ਹੈ। ਐਸੇ ਪਰਮਾਤਮਾ ਨੂੰ ਨਮਸਕਾਰ ਹੈ। ਜਿਵੇਂ ਦੇਸ਼ ਕਾਲ ਪ੍ਰਛੇਦ ਰਹਿਤ ਹੈ। ਦੇਸ਼ ਕਰਕੇ ਕੋਈ ਕਹਿ ਨਹੀਂ ਸਕਦਾ ਕਿ ਅੱਲਾਹ ਏਕ ਮਸੀਤ ਵਸਤ ਹੈ। ਉਹ ਇਕੱਲਾ ਮਸੀਤ ਵਿੱਚ ਨਹੀਂ ਵਸਦਾ ਜਾਂ ਇਕੱਲਾ ਗੁਰਦੁਆਰੇ ਜਾਂ ਮੰਦਰ ਵਿੱਚ ਨਹੀਂ ਬੈਠਾ। ਉਹ ਸਾਰੇ ਹੈ, ਸਾਰੇ ਵਿਆਪਕ ਹੈ। ਵਿਆਪਕ ਕਰਕੇ ਸਾਰੇ ਦੇਸ਼ਾਂ ਵਿੱਚ ਹੈ। ਕਾਲ ਕਹਿੰਦੇ ਨੇ ਸਮੇਂ ਨੂੰ। ਆਪਾਂ ਇੱਦਾਂ ਨਹੀਂ ਕਹਿ ਸਕਦੇ ਕਿ ਪਰਮਾਤਮਾ ਅੱਜ ਹੈ ਕੱਲ੍ਹ ਨੂੰ ਨਹੀਂ ਹੈ। ਉਹ ਸਾਰੇ ਕਾਲਾਂ ਵਿੱਚ ਹੈ। ਸਾਹਿਬ ਮੇਰਾ ਨੀਤਨਵਾ ਸਦਾ ਸਦਾ ਦਾਤਾਰ। ਉਸ ਤੋਂ ਬਾਅਦ ਵਸਤੂ ਪ੍ਰਛੇਦ ਰਹਿਤ ਹੈ। ਜਿਵੇਂ ਨੈਨਕ ਸ਼ਜੰਤੀ ਸ਼ਾਸਤਰਾਣੀ ਨੈਨਕ ਜਜੰਤੀ ਪਾਪ ਕਾ। ਨਾ ਉਸ ਨੂੰ ਕੋਈ ਵਸਤੂ ਸ਼ਾਸਤਰ ਕੱਟ ਸਕਦਾ ਹੈ, ਨਾ ਉਸ ਨੂੰ ਵਸਤੂ ਕੋਈ ਅੱਗ ਜਲਾ ਸਕਦੀ ਹੈ। ਉਹ ਇਹਨਾਂ ਚੀਜ਼ਾਂ ਤੋਂ ਦੇਸ਼ ਕਾਲ ਪ੍ਰਛੇਦ ਪਰਮਾਤਮਾ ਰਹਿਤ ਹੈ। ਉਹ ਐਸੇ ਜੋ ਸਾਰਿਆਂ ਦੇ ਹਿਰਦਿਆਂ ਵਿੱਚ, ਦੇਸ਼ ਤੋਂ ਭਾਵ ਸਾਰਿਆਂ ਦੇ ਹਿਰਦਿਆਂ ਵਿੱਚ ਆਇਆ ਹੋਇਆ ਹੈ। ਅਭੀਸ ਹੈ, ਭੇਸਾਂ ਤੋਂ ਰਹਿਤ ਹੈ। ਆਪ ਕਹਿੰਦੇ ਨੇ ਹਿਰਦੇ ਅੰਦਰ ਈਸ਼ਰ ਰੂਪ ਹੈ, ਵੱਡਾ ਹੈ, ਭੇਸਾਂ ਤੋਂ ਰਹਿਤ ਹੈ। ਜੋ ਅਨਕ ਪਰਦੇ ਮਹਿ ਕਮਾਵੈ ਵਿਕਾਰ। ਐਸੇ ਭੇਖਾਂ ਤੋਂ ਰਹਿਤ ਹੈ। ਉਹ ਪਖੰਡ ਨਹੀਂ ਧਾਰਦਾ ਕਿ ਅੰਦਰ ਸਚਾਈ ਨਾ ਹੋਵੇ ਤੇ ਬਾਹਰੋਂ ਬਨਾਵਟਾਂ ਕਰੀ ਜਾਣੀਆਂ। ਐਸਾ ਪਰਮਾਤਮਾ ਨਹੀਂ ਹੈ। ਭੁਜੰਗ ਪ੍ਰਿਆਤ ਛੰਦ, ਭੁਜੰਗ ਪ੍ਰਿਆਤ ਛੰਦ ਸਭ ਦੀ ਚਾਲ ਦਾ ਛੰਦ ਵਰਣਨ ਕਰਦੇ ਹਨ। ਅਗਾਧੇ ਆਬਾਦੇ, ਅਗਾਧੇ ਗ੍ਰਹਿਣ ਕਰਨ ਤੋਂ ਰਹਿਤ ਹੈ। ਡੂੰਘਾ ਹੈ, ਪਤਾਲਾਂ ਦਾ ਵੀ ਪਤਾਲ ਹੈ। ਆਬਾਦੇ ਪੀੜਾ ਬੰਧਨਾਂ ਤੋਂ ਰਹਿਤ ਹੈ। ਹਉਮੈ ਦੀ ਚਿੰਤਾ ਉਹਨੂੰ ਸਤਾਉਂਦੀ ਨਹੀਂ। ਸਰੀਰਕ ਪ੍ਰੇਤ ਪੀੜਾ ਤੋਂ ਰਹਿਤ ਹੈ। ਆ ਕਹਿੰਦੇ ਜੀ ਫਲਾਣੇ ਵਿੱਚ ਪ੍ਰੇਤ ਆ ਗਿਆ, ਫਲਾਣੇ ਨੂੰ ਇਹ ਪੀੜਾ ਹੈ। ਪਰਮਾਤਮਾ ਨੂੰ ਨਾ ਕੋਈ ਪੀੜਾ ਹੈ, ਨਾ ਪਰਮਾਤਮਾ ਬਿਮਾਰ ਹੁੰਦਾ ਹੈ, ਨਾ ਪਰਮਾਤਮਾ ਨੂੰ ਕੋਈ ਖੰਘ ਹੁੰਦੀ ਹੈ, ਨਾ ਪਰਮਾਤਮਾ ਨੂੰ ਕੋਈ ਪ੍ਰੇਤ ਚਿੰਬੜਦਾ ਹੈ। ਉਹ ਇਹਨਾਂ ਤੋਂ ਰਹਿਤ ਹੈ। ਕਰਤਾ ਭੁਗਤਾ ਦੇ ਬੰਧਨਾਂ ਤੋਂ ਰਹਿਤ ਹੈ। ਨਾਸ਼ ਨਹੀਂ ਹੁੰਦਾ ਪਰਮਾਤਮਾ। ਆਨੰਦੀ ਸਰੂਪੇ, ਆਨੰਦੀ ਸਰੂਪੇ ਉਹ ਦਵੈਤ ਤੋਂ ਅਨ ਰਹਿਤ ਹੈ, ਰਹਿਤ ਸਰੂਪ ਹੈ। ਦਵੈਤ ਤੋਂ ਰਹਿਤ ਸਰੂਪ ਪਰਮਾਤਮਾ ਹੈ। ਆਨੰਦ ਸਰੂਪ ਵਿਸ਼ੇ ਆਨੰਦ ਸੰਸਾਰ ਹੈ। ਭਜਨਾ ਆਨੰਦ ਹਰਦਾਸ। ਬ੍ਰਹਮ ਗਿਆਨ ਜੀਵਨ ਮੁਕਤ ਭਈ ਵਾਸ਼ਨਾ ਨਾਸ। ਜਿਵੇਂ ਵਿਸ਼ੇ ਆਨੰਦ ਪਾਣੀ ਦੀ ਬੂੰਦ, ਜਿਵੇਂ ਇਸ ਵਿੱਚ ਸਾਰਾ ਸੰਸਾਰ ਹੈ, ਕਟੋਰੇ ਤਰ੍ਹਾਂ ਹੈ। ਪਾਣੀ ਡੁੱਲ ਸਕਦਾ ਹੈ, ਜੂਠਾ ਹੋ ਸਕਦਾ ਹੈ, ਸਰੀਰ ਅਪਵਿੱਤਰ ਹੋਣਾ, ਜਾਂ ਠੰਡਾ ਜਾਂ ਨਮਰਦ ਹੋ ਜਾਣਾ, ਗਰਮ ਵਿਛੋੜਾ, ਦਿਲ ਤਪਣਾ, ਜਾਂ ਡੁੱਲਣਾ, ਠੰਡੇ ਹੋਣਾ। ਇਹ ਪਾਣੀ ਜੂਠਾ ਵੀ ਹੋ ਸਕਦਾ ਹੈ, ਸਭ ਕੁਝ ਹੋ ਸਕਦਾ ਹੈ। ਜਿਵੇਂ ਬਰਸਾਤੀ ਨਾਲੇ ਦੀ ਤਰ੍ਹਾਂ ਭਜਨਾ ਆਨੰਦ। ਜਿੰਨਾ ਚਿਰ ਮੀਂਹ ਪਵੇ ਵਗਦੇ ਹਨ, ਜਿੰਨਾ ਚਿਰ ਭਜਨ ਕਰੇ ਉਨਾ ਚਿਰ ਆਨੰਦ ਰਹਿਣਾ। ਭਾਵ ਕਿ ਹੁਣ ਆਪਾਂ ਸੰਗਤ ਵਿੱਚ ਬੈਠੇ ਹਾਂ, ਜਿੰਨਾ ਚਿਰ ਕਥਾ ਚੱਲ ਰਹੀ ਹੈ ਜਾਂ ਕੋਈ ਕੀਰਤਨ ਚੱਲ ਰਿਹਾ, ਉਨਾ ਚਿਰ ਆਨੰਦ ਆਇਆ, ਬਾਹਰ ਜਾ ਕੇ ਫਿਰ ਖਾਲੀ ਦੇ ਖਾਲੀ। ਬ੍ਰਹਮਾਨੰਦ ਸੋਮੇ ਦੀ ਜਲ ਦੀ ਤਰ੍ਹਾਂ ਹੈ ਕਿ ਅੱਠੇ ਪੈਰ ਹੀ ਵਗਦਾ ਰਹਿੰਦਾ ਹੈ।
ਅੱਠੇ ਪਹਿਰ ਹੀ ਬ੍ਰਹਮਾਨੰਦ, ਜਿਸ ਨੂੰ ਬ੍ਰਹਮ ਗਿਆਨ ਹੋ ਗਿਆ, ਉਹ ਇੱਦਾਂ ਨਹੀਂ ਕਿ ਇੱਥੇ ਬੈਠ ਕੇ ਸੁਣ ਕੇ ਕਥਾ ਗਏ। ਇੱਥੇ ਤਾਂ ਕਬਹੂ ਜੀੜਾ ਊਪ ਚੜ੍ਹਤ ਹੈ, ਕਬਹੂ ਜਾਏ ਪਿਆਲੇ। ਜਦੋਂ ਸੰਗਤ ਵੀ ਸੁਣਿਆ ਕਿ ਨਾਮ ਜਪਣਾ ਚਾਹੀਦਾ ਹੈ, ਸਰੀਰ ਨਾਸ਼ਵੰਤ ਹੈ, ਇੱਥੇ ਤਾਂ ਬੜਾ ਮਨ ਨੂੰ ਹੋਇਆ ਕਿ ਹੁਣ ਜਾ ਕੇ ਨਾਮ ਜਪਾਂਗੇ, 3-3 ਘੰਟੇ ਲਾਵਾਂਗੇ, 5 ਬਾਣੀਆਂ ਤੋਂ ਵੀ ਵੱਧ ਹੋਰ ਬਾਣੀਆਂ ਸੁਖਮਨੀ ਸਾਹਿਬ ਵੀ ਪੜ੍ਹਾਂਗੇ, ਆਸਾ ਦੀ ਵਾਰ ਵੀ ਪੜ੍ਹਾਂਗੇ। ਪਰ ਜਦੋਂ ਬਾਹਰ ਗਏ ਫਿਰ ਮਾਇਆ ਚਿੰਬੜ ਗਈ, ਫਿਰ ਖਾਲੀ ਦੇ ਖਾਲੀ ਰਹਿ ਗਏ। ਇਹ ਭਜਨਾ ਆਨੰਦ ਭਾਵ ਬਰਸਾਤੀ ਨਾਲੇ ਦੀ ਤਰ੍ਹਾਂ, ਜਿੰਨਾ ਚਿਰ ਮੀਂਹ ਪਵੇ ਉਨਾ ਚਿਰ ਜਿਵੇਂ ਭਜਨ ਕਰਦੇ ਤਾਂ ਆਨੰਦ ਹੈ, ਬਾਅਦ ਵਿੱਚ ਫਿਰ ਖਾਲੀ ਦੇ ਖਾਲੀ। ਉਸ ਤੋਂ ਬਾਅਦ ਜਿਹੜਾ ਬ੍ਰਹਮਾਨੰਦ ਹੈ, ਸੋਮੇ ਦੀ ਜਲ ਦੀ ਤਰ੍ਹਾਂ, ਜਿਵੇਂ ਪਾਣੀ ਦਾ ਸੋਮਾ ਲਗਾਤਾਰ ਚੱਲਦਾ ਰਹਿੰਦਾ ਹੈ ਨਾ, ਅੱਠੇ ਪੈਰ ਹੀ ਵਗਦਾ ਰਹਿੰਦਾ ਹੈ। ਚਿੱਤ ਦੀ ਇਕਾਗਰਤਾ ਨਾਲ ਆਨੰਦ ਹੈ। ਜਦੋਂ ਚਿੱਤ ਦੀ ਇਕਾਗਰਤਾ ਹੋ ਗਈ, ਸਾਵਧਾਨ ਇਕਾਗਰ ਚੀਤ, ਹਰ ਕੀ ਭਗਤ ਕਰੋ ਸੰਤ ਮੀਤ। ਕਿਵੇਂ ਕਰਨੀ ਹੈ ਹਰ ਦੀ ਭਗਤੀ? ਸਾਵਧਾਨ ਇਕਾਗਰ ਚੀਤ, ਸਾਵਧਾਨ ਹੋ ਕੇ, ਇਕਾਗਰ ਹੋ ਕੇ ਉਸ ਦੀ ਭਗਤੀ ਕਰਨੀ ਹੈ। ਜੋ ਆਨੰਦ ਸਰੂਪ ਹੈ, ਜੋ ਮਨ ਦੀਆਂ ਕਲਪਨਾ ਤੋਂ ਰਹਿਤ ਹੈ, ਬੁੱਧੀ ਦੀ ਚਤੁਰਤਾ ਤੋਂ ਰਹਿਤ ਹੈ। ਕੋਈ ਚਾਤਰ ਕਰਕੇ ਕਹੇ ਕਿ ਸਹਿਜ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਜਿਵੇਂ ਅਫਲਾਤੂ ਸੀ, ਉਹ ਅਫਲਾਤੂ ਦੇ ਮਰਨ ਦੇ ਦਿਨ ਨੇੜੇ ਆਏ, ਉਹਨੂੰ ਆਪਣੇ ਮਰਨ ਦਾ, ਮੌਤ ਦਾ ਪਤਾ ਲੱਗਿਆ ਕਿ ਇਸ ਦਿਨ ਮੈਂ ਮਰ ਜਾਣਾ ਹੈ। ਆਪਣੇ ਨਾਲ ਦੇ ਬੜੇ ਬੁੱਤ ਜੇ ਬਣਾ ਲਏ, ਨਾਲ ਦੇ ਖੜੇ ਕਰ ਲਏ। ਜਦੋਂ ਜਮਦੂਤ ਲੈਣ ਆਏ ਤਾਂ ਪਛਾਣ ਨਾ ਹੋਵੇ ਕਿ ਅਫਲਾਤੂ ਕਿਹੜਾ ਹੈ। ਉਹ ਇੱਕੇ ਤਰ੍ਹਾਂ ਦੇ ਸਾਰੇ ਬੁੱਤ, ਐਸਾ ਚਤਰ ਸੀ ਉਹ ਧਰਮਰਾਜ ਕੋਲ ਵਾਪਸ ਗਏ ਕਿ ਉੱਥੇ ਤਾਂ ਜੀ ਇੱਦਾਂ ਗੱਲਬਾਤ ਹੈ, ਆਪਣੇ ਨਾਲ ਦੇ ਬੜੇ ਬੁੱਤ ਉਹਨੇ ਖੜੇ ਕੀਤੇ ਨੇ। ਤਾਂ ਧਰਮਰਾਜ ਨੇ ਜੁਗਤੀ ਦੱਸਦੀ ਕਿ ਪਹਿਲਾਂ ਤਾਂ ਪ੍ਰਸ਼ੰਸਾ ਕਰਨ ਲੱਗ ਜਿਓ ਕੁਛ ਕੁ ਬੁੱਤਾਂ ਦੀ, ਬਾਅਦ ਵਿੱਚ ਫਿਰ ਉਹਨਾਂ ਦੀ ਨਿੰਦਿਆ ਕਰਨ ਲੱਗ ਜਿਓ। ਜਦੋਂ ਜਮਦੂਤ ਆਏ, ਕਹਿੰਦੇ ਜੀ ਬੜਾ ਸੋਹਣਾ ਬੁੱਤ ਤਿਆਰ ਕੀਤਾ, ਬੜੀ ਸੋਹਣੀ ਇਹ ਤਰਾਸ਼ਗੀ ਬੜੀ ਸੋਹਣੀ ਕੀਤੀ ਹੈ, ਬੜੀ ਸੋਹਣੀ ਕਾਰੀਗਰੀ ਕੀਤੀ ਹੈ। ਕਿਹਨੇ ਬੁੱਤ ਬਣਾਏ ਨੇ? ਬੜੇ ਸੋਹਣੇ ਬਣਾਏ ਨੇ। ਜਦੋਂ ਅੱਗੇ ਗਏ, ਆ ਜੀ ਇਹ ਬੁੱਤ ਕਾਣਾ, ਇਹਦਾ ਨੱਕ ਟੇਢਾ, ਇਹਦਾ ਕੰਨ ਨਹੀਂ ਸਹੀ ਬਣਿਆ, ਦੀ ਠੋਡੀ ਵਿੰਗੀ ਹੈ, ਨੱਕ ਵਿੰਗਾ ਏ। ਅਫਲਾਤੂ ਜਦੇ ਬੋਲ ਪਿਆ, ਕਹਿੰਦਾ ਕਿਹੜਾ ਕਹਿੰਦਾ ਠੀਕ ਨਹੀਂ ਬਣਿਆ? ਕਹਿੰਦਾ ਆ ਜਾ ਪੁੱਤ, ਤੈਨੂੰ ਇਹ ਲੈਣ ਆਏ ਸੀ। ਐਸਾ ਜੋ ਅਫਲਾਤੂ ਸਹਿਜ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਜਿੱਥੇ ਕੋਈ ਚਤਰਤਾ ਨਹੀਂ ਚੱਲਦੀ, ਕੋਈ ਚਲਾਕੀ ਨਹੀਂ ਚੱਲਦੀ, ਉਹ ਪਰਮਾਤਮਾ ਚਤਰਤਾ ਤੋਂ ਰਹਿਤ ਹੈ, ਉਹਨੂੰ ਕੋਈ ਚਿੰਤਾ ਨਹੀਂ ਰਹਿੰਦੀ। ਜਾਂ ਆਉਣ ਵਾਲੀ ਆਉਣ ਸਮੇਂ ਵਿੱਚ ਕੋਈ ਔਖੜ ਆਵੇਗੀ ਜਾਂ ਦੁੱਖ ਆਵੇਗਾ, ਉਹ ਭੂਤ ਭਵਿੱਖ ਵਰਤਮਾਨ ਵਿੱਚ ਵੀ ਆਪ ਹੈ ਅਤੇ ਇਹਨਾਂ ਤੋਂ ਰਹਿਤ ਵੀ ਆਪ ਹੈ। ਐਸਾ ਸਰੂਪ ਹੈ ਪਰਮਾਤਮਾ। ਜੇ ਆਪਾਂ ਕਿਸੇ ਦੀ ਵਡਿਆਈ ਕਰਦੀ ਤਾਂ ਅਗਲਾ ਹੰਕਾਰ ਵਿੱਚ ਆ ਜਾਂਦਾ ਹੈ ਕਿ ਮੇਰੀ ਵਡਿਆਈ ਕੀਤੀ ਹੈ, ਛਾਤੀ ਚੌੜੀ ਕਰਕੇ ਤੁਰਦਾ ਹੈ। ਉਹ ਪਰਮਾਤਮਾ ਮਾਣ ਤੋਂ ਰਹਿਤ ਹੈ, ਇੱਕ ਰਸ ਹੈ। ਰੋਗੰ ਨਾ ਸੋਗੰ, ਨਾ ਰੋਗ ਹੈ ਨਾ ਸੋਗ ਹੈ, ਨਾ ਹਰਖ ਹੈ ਨਾ ਉਹਨੂੰ ਖੁਸ਼ੀ ਹੈ, ਨਾ ਸ਼ੋਕ ਹੈ, ਨਾ ਜੰਮਣ ਹੈ ਨਾ ਮਰਨ ਹੈ। ਉਹ ਪਰਮਾਤਮਾ ਇਹਨਾਂ ਤੋਂ ਰਹਿਤ ਹੈ, ਇੱਕ ਰਸ ਹੈ। ਦੁੱਖਾਂ ਤੋਂ ਰਹਿਤ ਹੈ ਪਰਮਾਤਮਾ, ਉਹ ਆਨੰਦ ਸਰੂਪ ਹੈ। ਦੁੱਖਾਂ ਤੋਂ ਰਹਿਤ, ਸਾਰਿਆਂ ਨੂੰ ਕਰਨ ਵਾਲਾ ਹੈ, ਸਾਰਿਆਂ ਨੂੰ ਦਵੈਤ ਤੋਂ, ਈਰਖਾ ਤੋਂ ਰਹਿਤ ਕਰਨ ਵਾਲਾ ਹੈ। ਸੁਖ ਸਰੂਪ ਉਹ ਪਰਮਾਤਮਾ ਹੈ। ਐਸੇ ਪਰਮਾਤਮਾ ਨੂੰ ਨਮਸਕਾਰ ਕਰਨੀ ਹੀ ਬਣਦੀ ਹੈ। ਸੋ ਸਮਾਂ ਵੀ ਸੰਪੂਰਨ ਹੋ ਚੁੱਕਾ ਹੈ। ਨਾ ਸਮਾਂ ਕਰੋ ਪ੍ਰਵਾਨ, ਹੋਈਆਂ ਭੁੱਲਾਂ ਦੀ ਖੀਮਾ। ਅੱਗੇ ਜੋ ਸਤਿਗੁਰੂ ਜੀ ਕਿਰਪਾ ਕਰਨ, ਆਪ ਹੀ ਗਾਦ ਬੋਧ ਬਾਣੀ ਦੇ ਅਰਥ ਕਰਵਾ ਲੈਣ, ਕਿਉਂਕਿ ਇਹ ਅਰਥ ਜੋ ਨੇ ਇਹਨਾਂ ਨੂੰ ਕੋਈ ਸਮਝ ਨਹੀਂ ਸਕਦਾ, ਬਹੁਤ ਮਹਿੰਗੇ ਅਰਥ ਨੇ। ਕੋਈ ਵਿਦਵਾਨ, ਕੋਈ ਕਥਾਵਾਚਕ ਕਹੇ ਕਿ ਮੈਂ 2-3 ਅਰਥ ਕਰਕੇ ਪਰਮਾਤਮਾ ਦੀ ਬਾਣੀ ਦੇ ਅਰਥ ਕਰਤੇ ਜਾਂ ਅੰਤ ਪਾ ਲਿਆ, ਉਹ ਇੱਦਾਂ ਪਾ ਨਹੀਂ ਸਕਦਾ ਕਿ ਮੈਂ ਗੁਰਬਾਣੀ ਦੇ ਅਰਥ ਕਰਤੇ, ਇਹੀ ਅਰਥ ਪੱਕੇ ਨੇ। ਜਦੋਂ ਦਮਦਮਾ ਸਾਹਿਬ ਕਲਗੀਧਰ ਪਿਤਾ ਨੇ ਅਰਥ ਪੜ੍ਹਾਏ ਨੇ, ਦਸਮ ਦੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਰਥ ਪੜ੍ਹਾਏ ਨੇ, ਉਦੋਂ ਕਲਗੀਧਰ ਪਿਤਾ ਨੇ ਇਹ ਕਿਹਾ ਸੀ ਕਿ ਜੋ ਵੀ ਅਨੁਭਵ ਕਰਕੇ ਜੋ ਕਮਾਈ ਕਰੇਗਾ, ਉਹਨੂੰ ਅਰਥਾਂ ਦਾ ਹੋਰ ਅਨੁਭਵ ਹੋਵੇਗਾ।
ਜਿਵੇਂ ਸੰਤ ਸੁੰਦਰ ਸਿੰਘ ਜੀ ਨੇ ਕਮਾਈ ਕੀਤੀ, ਗਿਆਨੀ ਗੁਰਬਚਨ ਸਿੰਘ ਜੀ ਨੇ ਕਮਾਈ ਕੀਤੀ, ਤਾਂ ਇਹਨਾਂ ਨੂੰ ਕਾਪੀਆਂ ਲਿਖਣ ਦੀ ਲੋੜ ਨਹੀਂ ਪਈ, ਕਾਪੀਆਂ ਦੇ ਅਰਥ ਲਿਖਣੇ ਨਹੀਂ ਪਏ ਇਹਨਾਂ ਨੂੰ। ਅਨੁਭਵ ਰਾਹੀਂ ਅਰਥ, ਜਿਹੜੇ ਅਨੁਭਵੀ ਅਰਥ ਹੁੰਦੇ ਨੇ, ਜੋ ਅੰਦਰੋਂ ਪੈਦਾ ਹੁੰਦੇ ਨੇ, ਜੋ ਪਰਮਾਤਮਾ ਦੀ ਕਿਰਪਾ ਨਾਲ ਪੈਦਾ ਹੁੰਦੇ ਨੇ, ਉਹ ਅਨੁਭਵੀ ਅਰਥ ਨੇ। ਸੱਚੇ ਪਾਤਸ਼ਾਹ ਜੀ ਆਪ ਹੀ ਕਿਰਪਾ ਕਰਕੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਕਥਾ ਵਾਰਤਾ ਕਰਾ ਲੈਣ। ਸੱਚੇ ਪਾਤਸ਼ਾਹ ਜੀ ਉਹ ਜਿੱਥੇ ਹੋਰਾਂ ਨੂੰ ਸੁਣਾਉਂਦੇ ਹਾਂ, ਉੱਥੇ ਆਪ ਵੀ ਅਸੀਂ ਕਮਾਈ ਕਰੀਏ, ਸਾਡੇ ਹਿਰਦੇ ਵਿੱਚ ਵੀ ਗੁਰਬਾਣੀ ਵਸ ਜਾਵੇ। ਦੇਹੋ ਸੱਜਣ ਸੀਸੜੀਆਂ, ਜੋ ਹੋਵੈ ਸਾਹਿਬ ਸਿਓ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ।